ਦੋ ਵਿਚਾਰਾ ਆਪ ਸੰਗਤਾਂ ਨੇ ਕੱਲ ਸਰਵਣ ਕਰੀਆਂ ਸਨ। ਅੱਜ ਦੀ ਲੜੀ ਦੇ ਵਿੱਚ ਇਹ ਤੀਸਰੀ ਪੌੜੀ ਪਰੋਤੀ ਜਾਣੀ ਹੈ। ਐਤਵਾਰ ਤੇ ਸੋਮਵਾਰ ਇਹ 2 ਦਿਨਾਂ ਦਾ ਬਖਸ਼ਿਸ਼ ਕੀਤਾ ਹੋਇਆ ਗਿਆਨ ਕੱਲ ਦੀ ਲੜੀ ਦੇ ਵਿੱਚ ਆਪਾਂ ਨੇ ਸਰਵਣ ਕੀਤਾ ਸੀ। ਅੱਜ ਤੀਸਰੀ ਪੌੜੀ ਪ੍ਰਾਰੰਭ ਕਰਦੇ ਧੰਨ ਗੁਰੂ ਅਮਰਦਾਸ ਜੀ। ਮੰਗਲ ਮਾਇਆ ਮੋਹ ਉਪਾਇਆ। ਜਿਵੇਂ ਆਦਿਤਵਾਰ ਐਤਵਾਰ ਨੂੰ ਸੂਰਜ ਦੇ ਨਾਲ ਜੋੜਿਆ ਜਾਂਦਾ ਹੈ। ਸੋਮਵਾਰ, ਸੋਮ ਦਾ ਅਰਥ ਹੁੰਦਾ ਹੈ ਅੰਮ੍ਰਿਤ। ਸੋਮਵਾਰ ਨੂੰ ਚੰਦ ਦੇ ਨਾਲ ਜੋੜਿਆ ਜਾਂਦਾ ਹੈ। ਇਸੇ ਤਰ੍ਹਾਂ ਮੰਗਲਵਾਰ ਇਹਦਾ ਧਰਤੀ ਦੇ ਨਾਲ ਸੰਬੰਧ ਜੋੜਿਆ ਜਾਂਦਾ ਹੈ। ਇਸ ਤਰ੍ਹਾਂ ਮੰਨਿਆ ਗਿਆ ਕਿ ਧਰਤੀ ਜੋ ਪ੍ਰਿਥਵੀ ਹੈ, ਇਸ ਦਾ ਪੁੱਤਰ ਹੈ ਮੰਗਲ। ਉਸ ਦੇ ਨਾਮ ਤੇ ਇਸ ਦਿਨ ਦਾ ਨਾਮ ਜਿਹੜਾ ਹੈ ਇਹ ਰੱਖਿਆ ਗਿਆ ਹੈ। ਸਭ ਤੋਂ ਪੁਰਾਤਨ ਧਰਮ ਸਨਾਤਨ ਧਰਮ ਹਿੰਦੂ ਧਰਮ ਮੰਨਿਆ ਜਾਂਦਾ ਹੈ। ਇਸ ਧਰਮ ਦੇ ਵਿੱਚ 90% ਮਿਥਿਆਸ ਹੈ, ਝੂਠ ਹੈ, ਪਖੰਡ ਹੈ ਤੇ ਕੋਈ 10% ਸੱਚਾਈ ਹੈ। ਇਹ ਝੂਠ ਹੈ ਜਿਹੜਾ ਇਹ ਸਮਾਜ ਦੇ ਵਿੱਚ ਇੱਕ ਕੁਰੀਤੀ ਦਾ ਰੂਪ ਧਾਰਨ ਕਰਕੇ ਫੈਲਿਆ ਹੋਇਆ ਹੈ। ਜਿਵੇਂ ਮੱਸਿਆ ਦੀ ਰਾਤ ਨੂੰ ਚਾਰੇ ਪਾਸੇ ਹਨੇਰਾ ਹੀ ਹਨੇਰਾ ਹੁੰਦਾ ਹੈ, ਉਸੇ ਤਰ੍ਹਾਂ ਇਹ ਕੁਰੀਤੀਆਂ, ਇਹ ਬੁਰਾਈਆਂ ਸਾਡੇ ਸਮਾਜ ਦੇ ਅੰਦਰ ਮੱਸਿਆ ਦੀ ਰਾਤ ਦੀ ਤਰ੍ਹਾਂ ਫੈਲੀਆਂ ਹੋਈਆਂ ਹਨ। ਧੰਨ ਗੁਰੂ ਮਹਾਰਾਜ ਜੀ ਨੇ ਇਹਨਾਂ ਕੁਰੀਤੀਆਂ, ਇਹਨਾਂ ਬੁਰਾਈਆਂ ਤੋਂ ਕੱਢਣ ਦੇ ਲਈ ਧੰਨ ਗੁਰਬਾਣੀ ਦੇ ਅੰਦਰ ਹਰ ਪ੍ਰਕਾਰ ਦਾ ਜੋ ਵਹਿਮ ਭਰਮ ਸਾਡੇ ਅੰਦਰ ਪਾਇਆ ਗਿਆ, ਸਮਾਜ ਦੇ ਅੰਦਰ ਪਾਇਆ ਗਿਆ, ਉਹਨੂੰ ਦੂਰ ਕੀਤਾ ਹੈ ਤੇ ਕਰਨ ਦਾ ਯਤਨ ਕਰ ਰਹੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ। ਮੰਗਲ ਮਾਇਆ ਮੋਹ ਉਪਾਇਆ। ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਦੱਸਦੇ ਨੇ ਵੀ ਮੰਗਲਵਾਰ ਹੀ ਜਿਹੜਾ ਇਹਨੂੰ ਇਸ ਤਰ੍ਹਾਂ ਮੰਨਿਆ ਜਾਂਦਾ ਵੀ ਇਸ ਦਿਨ ਕੇਸ਼ੀ ਨਹੀਂ ਇਸ਼ਨਾਨ ਕਰਨਾ। ਕਿਉਂ ਨਹੀਂ ਕਰਨਾ? ਅੱਜ ਮੰਗਲਵਾਰ ਹੈ। ਅੱਜ ਕੋਈ ਪ੍ਰਾਰੰਭ ਨਹੀਂ ਕਰਨਾ ਨਵਾਂ ਕਾਰਜ, ਨਵਾਂ ਕਾਰੋਬਾਰ। ਕਿਉਂ ਨਹੀਂ ਕਰਨਾ? ਕਿ ਅੱਜ ਮੰਗਲਵਾਰ ਹੈ। ਇਹ ਬੁਰਾਈਆਂ ਕੇਵਲ ਹਿੰਦੂ ਧਰਮ ਦੇ ਵਿੱਚ ਨਹੀਂ, ਮੁਸਲਮਾਨ ਧਰਮ ਦੇ ਵਿੱਚ ਵੀ ਨਹੀਂ ਤੇ ਸਿੱਖ ਸਮਾਜ ਦੇ ਵਿੱਚ ਵੀ ਨੇ। ਆ ਵੇਖਿਆ ਗਿਆ ਗੁਰੂ ਘਰ ਰਹਿ ਰਹੇ ਹਾਂ, ਇਸ ਦਿਨ ਸਰੀਰ ਛੱਡ ਗਿਆ ਤੇ ਜੇ ਬਾਹਰ ਲੰਘ ਗਿਆ ਨਾ ਫੁੱਲ ਚੁਗੇ ਤੋਂ ਬਿਨਾ ਤੇ ਫਿਰ ਵਾਰੀ ਲੱਗ ਜਾਣੀ ਹੈ। ਇਸ ਦਿਨ ਅਸੀਂ ਭੋਗ ਪਾਣਾ ਹੈ, ਇਸ ਦਿਨ ਨਹੀਂ ਪਾਣਾ। ਇਹ ਸਾਰੇ ਜਿਹੜੇ ਨੇ ਇਹ ਵਹਿਮ ਭਰਮ ਨੇ ਤੇ ਸਾਡੇ ਸਮਾਜ ਦੇ ਵਿੱਚ ਕਿਵੇਂ ਆਏ, ਇਹ ਕੁਰੀਤੀਆਂ ਕਿਵੇਂ ਫੈਲਦੀਆਂ ਨੇ। ਜਦੋਂ ਮਨੁੱਖ ਦੇ ਅੰਦਰ ਲਾਲਚ ਆ ਜਾਂਦਾ ਹੈ, ਇੱਕ ਇਸ ਤਰ੍ਹਾਂ ਦੀ ਬੁਰਾਈ ਹੈ ਕਿ ਮਨੁੱਖ ਦੀ ਅੰਦਰੋਂ ਜ਼ਮੀਰ ਹੈ ਜਿਹੜੀ ਉਹ ਇਤਨੀ ਗਿਰ ਜਾਂਦੀ ਹੈ ਕਿ ਪਸ਼ੂ ਬਿਰਤੀ ਜਿਹੜੀ ਹੈ ਉਹਦੇ ਤੋਂ ਵੀ ਜ਼ਿਆਦਾ ਥੱਲੇ ਗਿਰ ਜਾਂਦੀ ਹੈ। ਇਸੇ ਤਰ੍ਹਾਂ ਜਦੋਂ ਜਿਨ੍ਹਾਂ ਨੇ ਸਮਾਜ ਨੂੰ ਨਾਲ ਲੈ ਕੇ ਪਰਮਾਤਮਾ ਦੇ ਮਾਰਗ ਤੇ ਤੁਰਨਾ ਸੀ, ਉਹਨਾਂ ਦੇ ਅੰਦਰ ਜਦੋਂ ਬੁਰਾਈਆਂ ਆ ਜਾਂਦੀਆਂ ਨੇ ਤੇ ਫਿਰ ਉਹ ਵੀ ਸਮਾਜ ਨੂੰ ਪੁੱਠੇ ਪਾਸੇ ਲਾ ਕੇ ਆਪਣੀ ਰੋਜੀ ਰੋਟੀ ਹੈ ਜਿਹੜੀ ਉਹ ਕਮਾਉਂਦੇ ਨੇ। ਰੋਟੀਆਂ ਕਾਰਨ ਪੂਰੇ ਤਾਲ ਧੰਨ ਗੁਰਬਾਣੀ ਨੇ ਦੱਸਿਆ। ਫਿਰ ਰੋਟੀਆਂ ਦਾ ਪ੍ਰਬੰਧ ਕਰਨਾ, ਇੰਤਜ਼ਾਮ ਕਰਨਾ, ਉਸ ਦੇ ਲਈ ਫਿਰ ਕੋਈ ਨਾ ਕੋਈ ਤਾਂ ਤਾਲ ਪੂਰਨਾ ਪਏਗਾ, ਨਾ ਕੋਈ ਤਾਂ ਪਾਪੜ ਵੇਲਣਾ ਪਏਗਾ। ਜਿਵੇਂ ਇੱਕ ਦਿਨ ਮੈਂ ਪੜ੍ਹ ਰਿਹਾ ਸੀ ਵੀ ਮਰਿਆਂ ਤੋਂ ਉਪਰੰਤ ਮੰਜਾ ਬਿਸਤਰਾ ਭਾਂਡੇ ਤੇ ਕੱਪੜੇ ਦੇਣ ਦੀ ਜਿਹੜੀ ਪ੍ਰਥਾ ਹੈ ਨਾ, ਇਹ ਚੱਲੀ। ਇੱਕ ਪੋਥੀ ਹੈ, ਉਸ ਦਾ ਨਾਮ ਹੈ ਸਮਾਜਿਕ ਕੁਰੀਤੀਆਂ। ਜੇ ਕਿਤੇ ਮਿਲੇ ਤੇ ਜ਼ਰੂਰ ਖਰੀਦ ਲਿਓ, ਪੜ੍ਹ ਕੇ ਵੇਖਿਓ, ਬੜਾ ਗਿਆਨ ਮਿਲਦਾ ਹੈ। ਸਮਾਜਿਕ ਕੁਰੀਤੀਆਂ
ਸਮਾਜ ਦੀਆਂ ਬੁਰਾਈਆਂ। ਉਹਦੇ ਵਿੱਚ ਬੜੇ ਵਿਅੰਗ ਦੇ ਨਾਲ ਲਿਖਿਆ ਸੀ। ਕਹਿੰਦਾ ਇੱਕ ਪੰਡਤ ਸੀ ਤੇ ਉਹਨਾਂ ਦੇ ਘਰ ਦੇ ਵਿੱਚ ਮੰਜਿਆਂ ਦੀ ਕਮੀ ਸੀ। ਪੰਡਤ ਜੀ ਨੂੰ ਤਾਂ ਮੰਜਾ ਮਿਲ ਜਾਂਦਾ ਸੀ ਤੇ ਪੰਡਤਾਣੀ ਜਿਹੜੀ ਸੀ ਨਾ, ਉਹ ਥੱਲੇ ਕੱਪੜਾ ਵਿਛਾ ਕੇ ਸੋਇਆ ਕਰਦੀ ਸੀ। ਹੁਣ ਸਾਡੇ ਘਰਾਂ ਦੇ ਵਿੱਚ ਬੈੱਡ ਆ ਗਏ ਨੇ, ਨਹੀਂ ਤਾਂ ਕੋਈ 2-4 ਰਿਸ਼ਤੇਦਾਰ ਆ ਜਾਂਦੇ ਨਾ ਜਦੋਂ, ਤੇ ਫਿਰ ਗੁਆਂਢੀਆਂ ਤੋਂ ਮੰਜਾ ਸਾਨੂੰ ਵੀ ਮੰਗਣਾ ਪੈਂਦਾ ਹੁੰਦਾ ਸੀ। ਕੋਈ ਸਮਾਂ ਹੀ ਇਸ ਤਰ੍ਹਾਂ ਦਾ, ਚੀਜ਼ਾਂ ਦੀ ਬੜੀ ਥੋੜ ਰਿਹਾ ਕਰਦੀ ਸੀ। ਇਸ ਦਾ ਕੋਈ ਰਿਸ਼ਤੇਦਾਰ ਆ ਗਿਆ ਤੇ ਉਹਨੇ ਆਖਿਆ, ਤੂੰ ਪਿੰਡ ਦੇ ਵਿੱਚ ਪੰਡਤ ਹੈ, ਸਾਰੇ ਪਿੰਡ ਦਾ ਕਾਰੋਬਾਰ ਤੇਰੇ ਕੋਲ ਹੈ ਤੇ ਤੇਰੇ ਘਰ ਦੇ ਵਿੱਚ ਇਤਨੀ ਮਾੜੀ ਹਾਲਤ ਹੈ ਕਿ ਤੂੰ ਇੱਕ ਮੰਜਾ ਵੀ ਨਹੀਂ ਬਣਾ ਸਕਦਾ। ਪੈਸੇ ਦੀ ਬੜੀ ਕਮੀ ਸੀ, ਇੱਥੋਂ ਤੱਕ ਕਿ ਗੁਰੂ ਘਰਾਂ ਦੇ ਵਿੱਚ ਵੀ ਨਾ ਥੋੜ੍ਹਾ ਸਮਾਂ ਹੋਇਆ, ਹੁਣ ਹਟੇ ਨੇ ਕਈਆਂ ਥਾਵਾਂ ਤੇ ਅਜੇ ਵੀ ਇਹ ਮਰਿਆਦਾ ਹੈ। ਗੋਲਕ ਨਹੀਂ ਸੀ ਹੁੰਦੀ, ਇੱਕ ਪੀਪਾ ਪਿਆ ਹੁੰਦਾ ਸੀ, 2 ਪੀਪੇ ਪਏ ਹੁੰਦੇ ਸਨ। ਇੱਕ ਪੀਪੇ 'ਚ ਸੰਗਤਾਂ ਮਾਈਆਂ ਕੌਲੀ ਵਿੱਚ ਆਟਾ ਪਾ ਕੇ ਲਿਆਉਂਦੀਆਂ, ਪਾ ਦਿੰਦੀਆਂ, ਤੇ ਜੇ ਕੋਈ ਆਟਾ ਨਾ ਲਿਆਉਂਦਾ ਤੇ ਫਿਰ ਕਣਕ ਸੀ ਉਹ ਇੱਕ ਪੀਪੇ 'ਚ ਪਾ ਦਿੰਦੀਆਂ। ਆ ਮੇਰੇ ਸਮੇਂ ਦੇ ਵਿੱਚ ਮੈਂ ਆਪ ਵੇਖੇ ਨੇ, ਦਰਬਾਰ ਸਾਹਿਬ ਦੇ ਅੰਦਰ ਇਸ ਤਰ੍ਹਾਂ 2 ਪੀਪੇ ਪਏ ਹੁੰਦੇ। ਵੀ ਰੁਪਈਆ ਨਹੀਂ ਹੈਗਾ ਮੱਥਾ ਟੇਕਣ ਵਾਸਤੇ ਤੇ ਚਲੋ ਗੁਰੂ ਘਰ ਖਾਲੀ ਹੱਥ ਕੀ ਜਾਣਾ, ਜਾਂਦੇ ਕੁਝ ਲੈ ਜਾਂਦੇ। ਆਪ ਦੇ ਵਿੱਚੋਂ ਬਜ਼ੁਰਗਾਂ ਨੇ ਜ਼ਰੂਰ ਵੇਖੇ ਹੋਣਗੇ। ਇਹ ਹੌਲੀ ਹੌਲੀ ਫਿਰ ਸਮਾਂ ਬਦਲਦਾ ਜਾਂਦਾ ਹੈ, ਪੈਸਾ ਵੱਧਦਾ ਜਾਂਦਾ ਹੈ ਤੇ ਬੁਰਾਈਆਂ ਦੂਰ ਹੁੰਦੀਆਂ ਜਾਂਦੀਆਂ ਨੇ। ਹੁਣ ਪੰਡਤ ਜੀ ਇਹ ਜਿਹੜਾ ਇਹ ਸੋਚ ਦੇ ਵਿੱਚ ਪੈ ਗਿਆ ਵੀ ਗੱਲ ਤਾਂ ਬੜੀ ਸਿਆਣੀ ਹੈ, ਮੈਂ ਸਾਰੇ ਪਿੰਡ ਦਾ ਪੰਡਤ ਹਾਂ, ਵਿਦਵਾਨ ਹਾਂ, ਸਾਰਿਆਂ ਦੇ ਕਿਸੇ ਦਾ ਮਰਨਾ, ਕਿਸੇ ਦਾ ਪਰਨਾ, ਕਿਸੇ ਦਾ ਵਿਆਹ ਸ਼ਾਦੀ ਸਾਰੇ ਮੇਰੇ ਤੋਂ ਹੁੰਦੇ ਨੇ ਤੇ ਮੇਰੇ ਘਰੇ ਇਤਨੀ ਗਰੀਬੀ ਹੈ, ਮੈਂ ਇਤਨਾ ਤੰਗ ਹਾਂ, ਕੋਈ ਨਾ ਕੋਈ ਤਾਂ ਆਪਾਂ ਨੂੰ ਕਰਨਾ ਚਾਹੀਦਾ ਹੈ। ਇੱਕ ਕੋਈ ਗੁਰਮੁਖ ਪਿਆਰਾ ਆ ਗਿਆ, ਕਹਿੰਦਾ ਪੰਡਤ ਜੀ ਸਾਡੇ ਘਰੇ ਕੋਈ ਵਿਘਨ ਲੱਗਦਾ ਤੇ ਚਲੋ ਤੁਸੀਂ ਘਰ ਵਿਖੇ ਚਰਨ ਪਾਓ ਤੇ ਕੋਈ ਪਾਠ ਪੂਜਾ ਆਪਾਂ ਕਰੀਏ। ਇਹ ਪੰਡਤ ਜੀ ਇਸ ਭਾਈ ਸਾਹਿਬ ਦੇ ਘਰੇ ਗਏ, ਚਲੇ ਨੇ। ਘਰ ਜਾ ਕੇ ਥੋੜ੍ਹਾ ਬਹੁਤ ਇੱਧਰ ਉੱਧਰ ਵੇਖਿਆ, ਨਿਗਾਹ ਮਾਰੀਏ ਤੇ ਮਨ ਘੜਤ ਇੱਕ ਗੱਲ ਬਣਾ ਦਿੱਤੀ। ਕਹਿੰਦਾ ਜੀ ਤੁਹਾਡਾ ਬਜ਼ੁਰਗ ਹੈ ਨਾ ਜਿਹੜਾ, ਉਹਦੇ ਸੌਣ ਵਾਸਤੇ ਮੰਜਾ ਨਹੀਂ ਹੈਗਾ, ਇਸ ਕਰਕੇ ਉਹ ਤੁਹਾਨੂੰ ਤੰਗ ਕਰ ਰਿਹਾ ਹੈ। ਹੁਣ ਫਿਰ ਮੰਜਾ ਕਿਹਨੂੰ ਦਈਏ, ਮੈਨੂੰ ਮੰਜਾ ਦੇ ਦਿਓ ਤੁਸੀਂ। ਇਹ ਤੁਹਾਡਾ ਬਜ਼ੁਰਗ ਹੈ ਜਿਹੜਾ, ਉਹਦੇ ਕੋਲ ਮੰਜਾ ਆਪ ਹੀ ਪਹੁੰਚ ਜਾਏਗਾ। ਜਦੋਂ ਤੁਸੀਂ ਮੈਨੂੰ ਮੰਜਾ ਦਾਨ ਕਰੋਗੇ ਤੇ ਤੁਹਾਡੇ ਬਜ਼ੁਰਗ ਨੂੰ ਮੰਜਾ ਮਿਲ ਜਾਣਾ, ਫਿਰ ਤੁਹਾਨੂੰ ਤੰਗ ਨਹੀਂ ਕਰੇਗਾ। ਇੱਥੋਂ ਫਿਰ ਇਹ ਮਰਿਆਦਾ ਹੀ ਚੱਲ ਪਈ ਵੀ ਜਦੋਂ ਕੋਈ ਮਰ ਜਾਂਦਾ ਹੈ ਨਾ, ਉਹ ਸਾਨੂੰ ਤੰਗ ਹੀ ਨਾ ਕਰੇ। ਫਿਰ ਮੰਜਾ ਵੀ, ਬਿਸਤਰਾ ਵੀ, ਕੱਪੜੇ ਵੀ, ਭਾਂਡੇ ਵੀ ਹੁੰਦੇ, ਰੋਟੀ ਖਾਣ ਨੂੰ ਸਾਰਾ ਕੁਝ ਜਿਉਂਦੇ ਨੂੰ ਨਹੀਂ ਦਿੰਦੇ। ਜਦੋਂ ਮਰ ਜਾਂਦਾ ਨਾ ਫਿਰ ਗੁਰੂ ਘਰਾਂ ਦੇ ਵਿੱਚ ਵੀ ਫਿਰ ਇਹੀ ਮਰਿਆਦਾ ਚੱਲ ਗਈ ਹੈ, ਮੰਜਾ ਵੀ ਆ ਜਾਂਦਾ। ਹੁਣ ਤਾਂ ਇੱਕ ਹੋਰ ਚੱਲ ਪਿਆ, ਕਿਉਂਕਿ ਹੁਣ ਅਸੀਂ ਰੈਡੀਮੇਡ ਹੋ ਗਏ ਹਾਂ। ਮੰਜੇ ਦਾ, ਬਿਸਤਰੇ ਦਾ ਤੇ ਵਸਤਰਾਂ ਦੀ ਨਾ ਮਾਇਆ ਗੋਲਕ ਦੇ ਵਿੱਚ ਪਾ ਜਾਂਦੇ ਨੇ, ਜਾਂ ਉੱਥੋਂ ਦੇ ਪ੍ਰਬੰਧਕਾਂ ਨੂੰ, ਸੇਵਾਦਾਰਾਂ ਨੂੰ ਦੇ ਜਾਂਦੇ ਨੇ, ਲਓ ਜੀ ਆਹ ਮਾਇਆ ਸਾਡੇ ਬਜ਼ੁਰਗ ਵਾਸਤੇ, ਮੰਜਿਆਂ ਬਿਸਤਰਿਆਂ ਦੀ। ਉਹ ਜਿੱਥੇ ਵੀ ਅੱਗੇ ਗਿਆ ਇਹਨਾਂ ਨੂੰ ਮੰਜਾ ਬਿਸਤਰਾ ਤੁਸੀਂ ਪਹੁੰਚਾ ਦੇਣਾ ਇਹ ਮਾਇਆ ਨਾਲ। ਮੰਗਲ ਮਾਇਆ ਮੋਹ ਉਪਾਇਆ। ਧੰਨ ਗੁਰੂ ਮਹਾਰਾਜ ਜੀ ਮੰਗਲ ਨੂੰ ਸਿਧਾਂਤ ਬਣਾ ਕੇ ਦੱਸਦੇ ਨੇ, ਮਾਇਆ ਮੋਹ ਉਪਾਇਆ। ਇਹ ਸੰਸਾਰ ਦੇ ਅੰਦਰ ਜਿਹੜੀ ਮਾਇਆ ਹੈ ਨਾ, ਇਸ ਦਾ ਜਿਹੜਾ ਮੋਹ ਹੈ, ਉਪਾਇਆ ਦਾ ਅਰਥ ਹੁੰਦਾ ਪੈਦਾ ਕਰਨਾ। ਇਹ ਪ੍ਰਭੂ ਪਰਮਾਤਮਾ ਨੇ ਸਾਡੇ ਅੰਦਰ ਪੈਦਾ ਕੀਤਾ ਹੈ। ਉਸ ਵਾਹਿਗੁਰੂ ਨੇ ਮਾਇਆ ਦਾ ਜਿਹੜਾ ਮੋਹ ਹੈ ਇਹ ਸਾਡੇ ਅੰਦਰ ਪੈਦਾ ਕੀਤਾ ਹੈ, ਤੇ ਮਾਇਆ ਦਾ ਮੋਹ ਹੈ ਜਿਹੜਾ, ਇਹ ਮਨੁੱਖ ਨੂੰ ਧਾਰਮਿਕ ਨਹੀਂ ਰਹਿਣ ਦਿੰਦਾ। ਇਹਦੇ ਨਾਲ ਮਨੁੱਖ ਹੈ ਨਾ ਜਿਹੜਾ, ਇਹ ਧਾਰਮਿਕ ਨਹੀਂ ਰਹਿੰਦਾ। ਚਾਹੀਦੀ ਸਾਰਿਆਂ ਨੂੰ ਹੈ, ਲੋੜ ਸਾਰਿਆਂ ਨੂੰ ਹੈ, ਪਰ ਜਦੋਂ ਅੰਦਰ ਲਾਲਚ ਆ ਜਾਵੇ, ਜਦੋਂ ਅੰਦਰ ਲੋਭ ਆ ਜਾਵੇ ਤੇ ਮਨੁੱਖ ਆਪਣੀ ਜ਼ਮੀਰ ਜਿਹੜੀ ਹੈ ਉਹਨੂੰ ਮਾਰ ਲਵੇ ਤੇ ਫਿਰ ਲੱਭ ਕੁੱਤਾ ਕੂੜ ਚੂੜਾ। ਫਿਰ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਇਹਦੀ ਬੇਤੀ ਹੈ ਜਿਹੜੀ,
ਇਹ ਕੁੱਤਿਆਂ ਵਰਗੀ ਹੋ ਜਾਂਦੀ ਹੈ ਜੀ। ਆਪੇ ਸਿਰ ਸਿਰ ਧੰਦਾ ਲਾਇਆ। ਉਸ ਪਰਮਾਤਮਾ ਨੂੰ ਸਾਰਿਆਂ ਨੇ, ਵਾਹਿਗੁਰੂ ਜੀ, ਉਸ ਪਰਮਾਤਮਾ ਨੇ ਸਾਰਿਆਂ ਨੂੰ ਸਿਰੋਂ ਸਿਰ ਧੰਦੇ ਲਾਇਆ ਹੋਇਆ। ਉਸ ਵਾਹਿਗੁਰੂ ਨੇ ਸਾਨੂੰ ਧੰਦੇ ਦਿੱਤੇ ਹੋਏ ਨੇ। ਕੋਈ ਕਿਸੇ ਧੰਦੇ ਦੇ ਨਾਲ ਜੁੜ ਕੇ ਮਾਇਆ ਕਮਾ ਰਿਹਾ ਹੈ, ਕੋਈ ਕਿਸੇ ਧੰਦੇ ਦੇ ਨਾਲ ਜੁੜ ਕੇ ਮਾਇਆ ਕਮਾ ਰਿਹਾ ਹੈ। ਬਿਨਾਂ ਧੰਦੇ ਤੋਂ, ਬਿਨਾਂ ਮਾਇਆ ਤੋਂ ਇਸ ਸੰਸਾਰ ਦੇ ਅੰਦਰ ਕੋਈ ਬਿਰਲਾ ਹੈ ਜਿਹੜਾ ਬਚਿਆ ਹੋਏਗਾ, ਜਿੰਦੀ ਅਤੀਤ ਬਿਰਤੀ ਹੋਏਗੀ, ਜਿੰਦੇ ਅੰਦਰ ਸੱਚੇ ਸਤਿਗੁਰ ਦੀ ਬੜੀ ਅਪਾਰ ਰਹਿਮਤ ਬਖਸ਼ਿਸ਼ ਹੋਏਗੀ ਨਾ, ਉਹ ਇਸ ਬਰਿਆਈ ਤੋਂ ਬਚਿਆ। ਨਹੀਂ ਤਾਂ ਤੰਦ ਪਿੱਟੇ ਸੰਸਾਰ, ਸਾਰਾ ਸੰਸਾਰ ਹੈ ਜਿਹੜਾ ਇਹ ਤੰਦ ਪਿੱਟ ਰਿਹਾ ਹੈ। ਧੰਦਾ ਜਿੰਦੇ ਤੋਂ ਧਨ ਪ੍ਰਾਪਤ ਹੋਵੇ ਉਹ ਧੰਦਾ ਹੈ। ਕੁਝ ਵੀ ਕਰ ਲਵੋ, ਜਿੱਥੋਂ ਸਾਨੂੰ ਧਨ ਮਿਲਦਾ ਹੈ ਨਾ, ਉਹ ਧੰਦਾ ਹੈ, ਉਸ ਨੂੰ ਧੰਦਾ ਆਖਿਆ ਜਾਂਦਾ ਹੈ। ਮਾਨਕੋਟ ਸੇ ਭਾਈ ਕਾਹਨ ਸਿੰਘ ਨਾਭੇ ਵਾਲੇ ਦਾ ਕਿਤੇ ਖੋਲ੍ਹ ਕੇ ਦੇਖਿਆ ਕਰੋ, ਸਮਝਿਆ ਕਰੋ, ਤੇ ਫਿਰ ਬੜਾ ਗਿਆਨ ਮਿਲਦਾ ਹੈ। ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ। ਮੰਗਲ ਵਾਲਾ ਦਿਨ ਹੈ, ਮਾਇਆ ਮੋਹ ਉਪਾਇਆ, ਤੇ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ। ਮਾਇਆ ਦਾ ਜਿਹੜਾ ਮੋਹ ਹੈ, ਉਸ ਵਾਹਿਗੁਰੂ ਪਰਮਾਤਮਾ ਨੇ ਸਾਡੇ ਸਾਰਿਆਂ ਦੇ ਅੰਦਰ ਪੈਦਾ ਕੀਤਾ ਹੋਇਆ ਹੈ। ਤੇ ਫਿਰ ਉਸ ਮਾਇਆ ਦੇ ਮੋਹ ਨੂੰ ਅਸੀਂ ਪੂਰਾ ਕਿਵੇਂ ਕਰਦੇ ਹਾਂ? ਆਪੇ ਸਿਰ ਸਿਰ ਧੰਦਾ ਲਾਇਆ। ਫਿਰ ਉਹ ਵਾਹਿਗੁਰੂ ਨੇ ਸਾਨੂੰ ਸਾਰਿਆਂ ਨੂੰ ਸਿਰੋਂ ਸਿਰ ਧੰਦੇ ਦੇ ਨਾਲ ਵੀ ਜੋੜਿਆ ਹੋਇਆ ਹੈ, ਜਿੱਥੋਂ ਸਾਨੂੰ ਧਨ ਮਿਲ ਸਕੇ ਜੀ। ਆਪ ਬੁਝਾਏ ਸੋਈ ਬੁਝੈ। ਇਹ ਧਰਤੀ ਕਿਸੇ ਦੇ ਆਸਰੇ ਤਾਂ ਖੜੀ ਏ। ਧਰਤੀ ਤੇ ਕੋਈ ਤਾਂ ਇਸ ਤਰ੍ਹਾਂ ਦਾ ਜੀਵ ਹੈਗਾ ਏ ਜਿੰਦੇ ਅੰਦਰ ਇਹ ਬੁਰਾਈਆਂ ਨਹੀਂ ਹੈਗੀਆਂ, ਤੇ ਉਹ ਕੌਣ ਹੈ? ਆਪ ਬੁਝਾਏ, ਜਿੰਦੇ ਤੇ ਆਪ ਵਾਹਿਗੁਰੂ ਕਿਰਪਾ ਕਰ ਦੇਵੇ ਤੇ ਉਹਨੂੰ ਸੋਝੀ ਦੇ ਦੇਵੇ, ਸੋਈ ਬੂਝੇ, ਉਹ ਫਿਰ ਇਸ ਗੱਲ ਨੂੰ ਸਮਝਦਾ ਹੈ। ਧੰਨ ਗੁਰਬਾਣੀ ਨੇ ਜੋ ਸਾਨੂੰ ਗਿਆਨ ਦਿੱਤਾ ਹੈ, ਜੋ ਸਾਨੂੰ ਸੋਝੀ ਦਿੱਤੀ ਹੈ, ਇਸ ਨੂੰ ਸਮਝਦਾ ਉਹੀ ਹੈ ਜਿੰਦੇ ਤੇ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ, ਜਿਸ ਨੂੰ ਪਰਮਾਤਮਾ ਆਪ ਸੋਝੀ ਦਿੰਦਾ ਹੈ, ਆਪ ਸਮਝਾਉਂਦਾ ਹੈ ਜੀ। ਗੁਰ ਕੈ ਸ਼ਬਦ ਦਰ ਘਰ ਸੁਝੈ। ਜਿੰਦੇ ਤੇ ਵਾਹਿਗੁਰੂ ਦੀ ਕਿਰਪਾ ਹੈ, ਜਿਹਨੂੰ ਵਾਹਿਗੁਰੂ ਆਪ ਸਮਝਾਉਂਦਾ ਹੈ, ਉਹ ਸਮਝ ਲੈਂਦਾ ਹੈ। ਤੇ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ। ਫਿਰ ਜਿਹੜਾ ਸਮਝ ਲੈਂਦਾ ਹੈ ਉਹ ਕੀ ਕਰਦਾ ਹੈ? ਗੁਰ ਕੈ ਸ਼ਬਦ, ਉਹ ਗੁਰੂ ਦੇ ਸ਼ਬਦ ਦੇ ਨਾਲ ਦਰ ਘਰ ਸੁਝੇ, ਆਪਣੇ ਘਰ ਦੇ ਅੰਦਰ, ਭਾਵ ਸਰੀਰ ਦੇ ਅੰਦਰ ਪ੍ਰਭੂ ਪਰਮਾਤਮਾ ਦਾ ਦੇਰਾ ਦਾਰੇ ਸੁਝੇ, ਉਹਨੂੰ ਸੋਝੀ ਆ ਜਾਂਦੀ ਹੈ। ਸਾਡੇ ਅੰਦਰ ਪ੍ਰਭੂ ਪਰਮਾਤਮਾ ਦਾ ਵਾਸਾ ਹੈ। ਘਰ ਨਾਮ ਸਰੀਰ ਦਾ ਹੈ, ਦਰ ਨਾਮ ਦਸਮ ਦੁਆਰ ਦਾ ਹੈ। ਉਹ ਪ੍ਰਭੂ ਪਰਮਾਤਮਾ ਜੋ ਸਾਡੇ ਅੰਦਰ ਵਸਿਆ ਹੋਇਆ ਹੈ, ਉਸ ਨੂੰ ਇਸ ਸਰੀਰ ਦੇ ਵਿੱਚ ਸੁੱਝ ਲੈਂਦਾ ਹੈ, ਲੱਭ ਲੈਂਦਾ ਹੈ। ਗੁਰ ਕੈ ਸ਼ਬਦ, ਗੁਰੂ ਦੇ ਸ਼ਬਦ ਦੁਆਰਾ ਆਪ ਬੁਝਾਏ, ਤੇ ਗੁਰੂ ਦੇ ਸ਼ਬਦ ਦੁਆਰਾ ਉਹੀ ਬੁੱਝਦਾ ਹੈ, ਉਹੀ ਸਮਝਦਾ ਹੈ, ਜਿੰਦੇ ਤੇ ਗੁਰੂ ਦੀ ਕਿਰਪਾ ਹੋਵੇ ਤੇ ਗੁਰੂ ਆਪ ਇਸ ਪਾਸੇ ਉਹਨੂੰ ਲਾਉਣਾ ਕਰੇ ਜੀ। ਪ੍ਰੇਮ ਭਗਤ ਕਰੇ ਰਿਵ ਲਾਏ। ਜਿਹਦੇ ਤੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ, ਰਹਿਮਤ ਹੋ ਜਾਂਦੀ ਹੈ, ਉਹ ਪ੍ਰੇਮਾ ਭਗਤੀ ਦੇ ਵਿੱਚ ਲੱਗ ਜਾਂਦਾ ਹੈ। ਪ੍ਰੇਮ ਭਗਤ ਕਰਦਾ, ਭਾਵ ਪ੍ਰੇਮ ਦੇ ਨਾਲ ਭਗਤੀ ਕਰਦਾ, ਪੈਸੇ ਦੇ ਨਾਲ ਨਹੀਂ ਕਰਦਾ, ਧਨ ਦੇ ਨਾਲ ਨਹੀਂ ਕਰਦਾ। ਪ੍ਰੇਮ ਭਗਤ ਕਰੇ ਲਿਵ ਲਾਏ, ਪ੍ਰਭੂ ਪਰਮਾਤਮਾ ਦੇ ਨਾਲ ਉਹਨੂੰ ਪਿਆਰ ਹੋ ਜਾਂਦਾ ਹੈ, ਗੁਰੂ ਦੇ ਨਾਲ ਉਹਨੂੰ ਪਿਆਰ ਹੋ ਜਾਂਦਾ ਹੈ, ਤੇ ਫਿਰ ਗੁਰੂ ਦੀ ਜਿਹੜੀ ਭਗਤੀ ਹੈ ਉਹ ਬੜੇ ਪ੍ਰੇਮ ਦੇ ਨਾਲ ਕਰਦਾ ਹੈ। ਭਗਤ ਕਬੀਰ ਜੀ ਦਾ ਸ਼ਬਦ ਹੁੰਦਾ ਹੈ, ਸੁਖ ਮੰਗਤ ਦੁਖ ਅਗਰ ਆਏ, ਸੋ ਸੁਖ ਹਮੇ ਨਾ ਮੰਗਿਆ ਪਾਵੇ। ਜਿਹੜੇ ਸੁੱਖ ਨੂੰ ਅਸੀਂ ਮੰਗਦੇ ਹਾਂ, ਉਹ ਸੁੱਖ ਨੂੰ ਅਸੀਂ ਮੰਗ ਲੈਂਦੇ ਹਾਂ, ਲੈ ਲੈਂਦੇ ਹਾਂ, ਪਰ ਅੱਗੇ ਜਿਹੜਾ ਨਾ ਉਹ ਸੁੱਖ ਦਾ ਸਾਨੂੰ ਦੁੱਖ ਮਿਲਦਾ ਹੈ। ਇਸ ਕਰਕੇ ਭਗਤ ਜੀ ਕਹਿੰਦੇ ਨੇ, ਸੋ ਸੁੱਖ, ਉਹ ਸੁੱਖ ਹੈ ਨਾ ਜਿਹੜਾ, ਉਹ ਮੈਨੂੰ ਮੰਗਣਾ ਚੰਗਾ ਹੀ ਨਹੀਂ ਲੱਗਦਾ। ਕਿਹੜਾ ਸੁੱਖ? ਅਸੀਂ ਸੁੱਖ ਦੇ ਲਈ ਕਿਸੇ ਤੋਂ ਕੁਝ ਨਾ ਕੁਝ ਮੰਗ ਲੈਂਦੇ ਹਾਂ। ਅਸੀਂ ਸੁੱਖ ਦੇ ਲਈ ਕੁਝ ਨਾ ਕੁਝ ਇਸ ਤਰ੍ਹਾਂ ਦਾ ਕਰ ਲੈਂਦੇ ਹਾਂ। ਅਸੀਂ ਅਰਦਾਸ ਵੀ ਆਪਦੇ ਸੁੱਖ ਦੇ ਲਈ ਕਰ ਲੈਂਦੇ ਹਾਂ, ਸਾਨੂੰ ਸੁੱਖ ਮਿਲ ਵੀ ਜਾਂਦਾ ਹੈ,
ਪਰ ਉਹ ਸੁੱਖ ਦੇ ਬਦਲੇ ਸਾਨੂੰ ਕਿਤੇ ਨਾ ਕਿਤੇ ਕੋਈ ਨਾ ਕੋਈ ਦੁੱਖ ਇਹਨਾਂ ਜਿਹੜਾ ਇਹ ਜ਼ਰੂਰ ਭੋਗਣਾ ਪੈਂਦਾ। ਮੈਂ ਥੋੜ੍ਹਾ ਜਿਹਾ ਡਰਦਾ, ਖੁਲਾਸਾ ਨਹੀਂ ਕਰ ਰਿਹਾ। ਅਸੀਂ ਗੁਰੂ ਘਰ ਦੇ ਵਿੱਚ ਰਹਿੰਦੇ ਹਾਂ ਤੇ ਸਾਡਾ ਜਿਹੜਾ ਕਰਮ ਹੈ ਇਹ ਹੈ ਪੂਜਾ ਦਾ ਧਨ ਖਾਣਾ। ਹੁਣ ਜਦੋਂ ਅਸੀਂ ਪੂਜਾ ਦਾ ਧਨ ਲੈਂਦੇ ਹਾਂ, ਸਾਨੂੰ ਕੋਈ ਆਣ ਕੇ 50 ਰੁਪਏ ਦੇਵੇ ਤੇ ਅਸੀਂ ਕਦੀ ਨਹੀਂ ਪੁੱਛਿਆ ਵੀ ਤੂੰ ਚੋਰੀ ਕਰਕੇ ਲਿਆਇਆ, ਤੂੰ ਬੇਈਮਾਨੀ ਕਰਕੇ ਲਿਆਇਆ, ਤੂੰ ਕਿਵੇਂ ਲਿਆਇਆ, ਕਦੀ ਨਹੀਂ ਕਿਸੇ ਨੂੰ ਪੁੱਛਿਆ। ਚੁੱਪ ਕਰਕੇ ਜੇਬ ਦੇ ਵਿੱਚ ਮੈਂ ਵੀ ਪਾ ਲੈਂਦਾ। ਜਦੋਂ ਉਹ 50 ਰੁਪਏ ਜੇਬ ਦੇ ਵਿੱਚ ਪਾਏ ਨੇ ਤੇ ਉਹ ਮਾਇਆ ਦਾ ਕਰਮ ਹੈ, ਸੁੱਖ ਦੇਣਾ, ਮਾਇਆ ਸੁੱਖ ਦੇਵੇਗੀ। ਉਹ 50 ਰੁਪਏ ਤਾਂ ਜੇਬ ਦੇ ਵਿੱਚ ਪਾ ਲਏ ਨੇ, ਇੱਕ ਵਾਰੀ ਤਾਂ ਮਨ ਖੁਸ਼ ਹੋ ਗਿਆ, ਸੁੱਖ ਮਿਲ ਗਿਆ, ਤੇ ਉਹ ਆਏ ਕਿੱਥੋਂ ਨੇ ਤੇ ਸਾਨੂੰ ਮਿਲੇ ਕਿਵੇਂ ਨੇ, ਇਹ ਤਾਂ ਫਿਰ ਲੇਖਾ ਦੇਣਾ ਹੀ ਪਏਗਾ ਨਾ। ਭਗਤ ਕਬੀਰ ਜੀ ਦਾ ਇੱਕ ਪਾਵਨ ਸ਼ਬਦ ਹੈ, ਗੁੰਗ ਮੁਖ ਤਬ ਕੈਸੇ ਗੁਣ ਗਈ ਹੈ। ਇੱਕ ਕੋਈ ਮੇਰੇ ਵਰਗਾ ਸਾਧ ਸੀ, ਸੰਨਿਆਸੀ ਸੀ, ਤੇ ਉਹ ਕਿਸੇ ਨਾਲ ਗੁਰਮੁਖ ਪਰਿਵਾਰ ਦੇ ਘਰ ਰਹਿਣ ਲੱਗ ਗਿਆ। ਵੱਡੀ ਹਰੀ ਉਮਰ ਹੋ ਗਈ ਏ ਤੇ ਇੱਕੇ ਘਰ ਦੇ ਵਿੱਚ ਹੀ ਰਹਿਣ ਲੱਗ ਗਏ। ਜਦੋਂ ਉਹਨਾਂ ਦੇ ਘਰ ਰਹਿੰਦਾ ਹੈ, ਚੰਗਾ ਲੰਗਰ ਪਾਣੀ ਛਕਦਾ ਹੈ, ਉੱਥੋਂ ਮੌਜਾਂ ਬਣੀਆਂ ਨੇ। ਭਗਤ ਕਬੀਰ ਜੀ ਨੇ ਉਹਨੂੰ ਇੱਕ ਦਿਨ ਸਮਝਾਇਆ, ਬਾਹਰ ਮਿਲ ਕੇ ਕਿਤੇ। ਭਗਤ ਜੀ ਕਹਿੰਦੇ ਵੀ ਇਹ ਤੇਰਾ ਕੰਮ ਠੀਕ ਨਹੀਂ। ਕਹਿੰਦਾ ਜੀ ਕਿਉਂ? ਕਹਿੰਦਾ ਤੂੰ ਇਹਨਾਂ ਦੇ ਘਰ ਦਾ ਲੰਗਰ ਪਾਣੀ ਛਕਦਾ ਨਹੀਂ, ਪਾਠ ਕਰਦਾ ਨਹੀਂ, ਪੂਜਾ ਕਰਦਾ ਨਹੀਂ, ਤੂੰ ਇਹਨਾਂ ਦੇ ਨਾਲ ਕੰਮ ਵਿੱਚ ਹੱਥ ਵਡਾਉਂਦਾ ਤੇ ਇਵੇਂ ਇਹਨਾਂ ਦੇ ਘਰੋਂ ਤੂੰ ਇਹਨਾਂ ਦੀ ਕਮਾਈ ਖਾਈ ਜਾਂਦਾ ਹੈ। ਇਸ ਦਾ ਤਾਂ ਫਿਰ ਤੈਨੂੰ ਲੇਖਾ ਦੇਣਾ ਪਏਗਾ। ਕਹਿੰਦੇ ਨੇ ਉਹ ਮਰ ਕੇ ਨਾ ਬਲਦ ਬਣ ਗਿਆ। ਬਲਦ ਬਣ ਕੇ ਤੇ ਉਹਨਾਂ ਦੇ ਘਰੇ ਹੀ ਆ ਗਿਆ। ਜਦੋਂ ਉਹਨਾਂ ਦੇ ਘਰੇ ਆ ਗਿਆ, ਸਾਈਆਂ ਨੇ ਹਾਲੀ ਕੱਢਿਆ ਤੇ ਉਹ ਬਹਿ ਜਿਆ ਕਰੇ। ਜਦੋਂ ਬਹਿ ਜਿਆ ਕਰੇ ਉਹ ਕੁੱਟਿਆ ਕਰਨ, ਕੁੱਟ ਕੇ ਖੜਾ ਕਰ ਲਿਆ ਕਰਨ, ਫਿਰ ਤੋਰਿਆ ਕਰਨ, ਫਿਰ ਬਹਿ ਜਿਆ ਕਰੇ। ਭਗਤ ਕਬੀਰ ਜੀ ਦਾ ਉੱਥੋਂ ਦੀ ਗੁਜ਼ਰਨਾ ਹੋਇਆ ਤੇ ਉਦੋਂ ਭਗਤ ਕਬੀਰ ਜੀ ਨੇ ਇਹ ਪਾਵਨ ਸ਼ਬਦ ਫਿਰ ਉਹਦੇ ਕੰਨ ਦੇ ਵਿੱਚ ਸੁਣਾਇਆ, ਭਈ ਗੁਰੂ ਸਵਾਰਿਆ, ਮੈਂ ਤੈਨੂੰ ਉਦੋਂ ਆਖਿਆ ਸੀ ਤੂੰ ਬੰਦਗੀ ਕਰ, ਸਿਮਰਨ ਕਰ, ਤੇ ਜਿਨ੍ਹਾਂ ਦਾ ਤੂੰ ਖਾਣਾ ਇਹਨਾਂ ਨੂੰ ਤੈਨੂੰ ਖਵਾਉਣਾ ਵੀ ਪੈਣਾ ਹੈ। ਇਹ ਤਾਂ ਟਿਟ ਫੋਰ ਟੈਟ, ਜਿਸ ਤਰ੍ਹਾਂ ਦਾ ਦੇਵੇਂਗਾ ਨਾ ਉਸ ਤਰ੍ਹਾਂ ਦਾ ਲੈਣਾ ਵੀ ਪੈਣਾ ਹੈ, ਤੇ ਜਿਸ ਤਰ੍ਹਾਂ ਦਾ ਲੈਵੇਂਗਾ ਉਸ ਤਰ੍ਹਾਂ ਦਾ ਦੇਣਾ ਵੀ ਪੈਣਾ ਹੈ। ਇਹ ਤਾਂ ਅਦਲੇ ਦਾ ਬਦਲਾ ਹੈ। ਇਹ ਕਰਮ ਤਾਂ ਇਸੇ ਤਰ੍ਹਾਂ ਹੀ ਨੇ। ਇਹ ਕਰਮ ਨੇ ਜਿਹੜੇ, ਇਹਨੂੰ ਕਰਮ ਤਾਂ ਆਖਿਆ ਜੋ ਕਰਿਆ ਨਾ, ਕਰ ਹੱਥ ਤੇ ਮੈਂ, ਮੇਰਾ ਹੱਥ, ਮੇਰੇ ਹੱਥ ਦੇ ਨਾਲ ਜੋ ਮੈਂ ਕਰਿਆ ਹੈ ਉਹ ਮੇਰੇ ਹੱਥ ਦੇ ਵਿੱਚ ਹੈ, ਤੇ ਮੇਰੇ ਹੱਥ ਦੇ ਨਾਲ ਜੋ ਮੈਂ ਕਿਸੇ ਨੂੰ ਦਿੱਤਾ ਹੈ ਨਾ, ਉਹ ਮੇਰੇ ਕੋਲ ਆਉਣਾ ਹੀ ਆਉਣਾ ਹੈ। ਤੇ ਮੇਰੇ ਹੱਥ ਦੇ ਨਾਲ ਮੈਂ ਜਿਸ ਤੋਂ ਜੋ ਲਿਆ ਹੈ ਨਾ, ਉਹ ਮੈਨੂੰ ਦੇਣਾ ਹੀ ਪੈਣਾ ਹੈ। ਇਹ ਰਹਿੰਦਾ ਨਹੀਂ। ਇਹ ਇਵੇਂ ਜਿਵੇਂ ਅਦਲਾ ਬਦਲੀ ਹੈ ਜਿਹੜੀ, ਇਹ ਹੁੰਦੀ ਰਹਿੰਦੀ ਹੈ। ਸੋ ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਇੱਥੇ ਸਾਨੂੰ ਦੱਸਦੇ ਨੇ, ਮਾਇਆ ਮੋਹ ਉਪਾਇਆ। ਮੰਗਲਵਾਰ ਨੂੰ ਸਿਧਾਂਤ ਬਣਾ ਕੇ ਕਿ ਮਾਇਆ ਦਾ ਮੋਹ ਇਹ ਜਗਤ ਦੇ ਅੰਦਰ ਪੈਦਾ ਹੋਇਆ ਹੈ। ਆਪੇ ਸਿਰ ਧੰਦਾ ਲਾਇਆ ਉਸ ਪਰਮਾਤਮਾ ਨੇ, ਆਪ ਸਾਨੂੰ ਸਾਰਿਆਂ ਨੂੰ ਕਮਾਈ ਦੇ ਵਿੱਚ ਲਾਇਆ ਹੋਇਆ ਵੀ ਤੂੰ ਕੰਮ ਕਰ ਇਸ ਤਰੀਕੇ ਦੇ ਨਾਲ, ਤੇ ਇਹ ਤੂੰ ਖਾਣਾ ਕਰ। ਆਪ ਬੁਝਾਏ ਸੋਈ ਬੂਝੇ। ਜੇ ਕਿਸੇ ਤੇ ਗੁਰੂ ਦੀ ਕਿਰਪਾ ਹੋ ਜਾਵੇ, ਉਹਨੂੰ ਗੁਰੂ ਸਮਝ ਦੇ ਦੇਵੇ, ਤੇ ਫਿਰ ਉਹ ਸਮਝ ਜਾਂਦਾ ਹੈ। ਉਹ ਨਹੀਂ ਫਿਰ ਇਹਨੂੰ ਧੰਦਾ ਬਣਾ ਕੇ ਇਸ ਕਰਮ ਕਿਰਿਆ ਨੂੰ ਕਰਦਾ। ਗੁਰ ਕੈ ਸ਼ਬਦ ਦਰ ਕਰ ਸੂਝੇ। ਉਹ ਗੁਰੂ ਦੇ ਸ਼ਬਦ ਦੇ ਨਾਲ ਜੁੜ ਜਾਏਗਾ। ਗੁਰੂ ਦੇ ਸ਼ਬਦ ਦੀ ਕਮਾਈ ਕੀਤਿਆਂ ਆਪਣੇ ਸਰੀਰ ਦੇ ਵਿੱਚ ਉਹਨੂੰ ਸਾਰੀ ਸੋਝੀ ਆ ਜਾਏਗੀ। ਪ੍ਰੇਮ ਭਗਤ ਕਰੇ ਲਿਵ ਲਾਏ। ਉਹ ਪ੍ਰੇਮਾ ਭਗਤੀ ਕਰੇਗਾ ਸੱਚੇ ਸਤਿਗੁਰ ਦੇ ਨਾਲ ਪ੍ਰੀਤ ਲਾ ਕੇ ਜੀ। ਹਉਮੈ ਮਮਤਾ ਸ਼ਬਦ ਜਲਾਏ। ਗੁਰੂ ਦੇ ਸ਼ਬਦ ਦੇ ਵਿੱਚ ਇਤਨੀ ਸਮਰੱਥਾ ਹੈ, ਇਤਨੀ ਪਾਵਰ ਹੈ ਕਿ ਇਹ ਸਾਡੇ ਅੰਦਰ ਦੀ ਜਿਹੜੀ ਹਉਮੈ ਹੈ ਨਾ, ਇਹਦਾ ਨਾਸ਼ ਕਰ ਦਿੰਦੀ ਹੈ। ਮਮਤਾ ਜਿਹੜਾ ਮੈਕੀ ਪਦਾਰਥਾਂ ਦੀ ਮਮਤਾ ਹੈ, ਜਿਹਦੇ ਨਾਲ ਸਾਡੇ ਅੰਦਰ ਮੈਂ ਮੇਰੀ ਵੱਧਦੀ ਹੈ। ਹਉਮੈ ਨੂੰ ਪਾਣੀ ਜੋ ਮਿਲਦਾ ਹੈ ਇਹ ਮਮਤਾ ਦਾ ਮਿਲਦਾ ਹੈ। ਹਉਮੈ ਇੱਕ ਬੂਟਾ ਹੈ,
ਇਹਨੂੰ ਪਾਣੀ ਮਿਲਦਾ ਮਮਤਾ ਦਾ, ਤੇ ਇਸ ਹਉਮੈ ਦੇ ਬੂਟੇ ਨੂੰ ਜਿਹੜਾ ਫਲ ਲੱਗਦਾ ਉਹਨੂੰ ਹੰਕਾਰ ਆਖਦੇ ਨੇ। ਇਹ ਮੈਂ ਫਿਰ ਕਿਸੇ ਦਿਨ ਸਮਝਾਵਾਂਗਾ। ਹਉਮੈ ਇੱਕ ਬੂਟਾ ਹੈ, ਇਹਦੀਆਂ ਜੜ੍ਹਾਂ ਨੇ ਜਿਹੜੀਆਂ ਉਹ ਮਮਤਾ ਦੇ ਜਲ ਦੇ ਨਾਲ ਇਸ ਬੂਟੇ ਨੂੰ ਅੱਗੇ ਪ੍ਰਫੁੱਲਤ ਕਰਦੀਆਂ ਨੇ। ਇਹਨੂੰ ਜੋ ਫਲ ਲੱਗਦਾ ਨਾ ਉਹ ਹੰਕਾਰ ਦਾ ਹੈ, ਹੰਕਾਰ ਦਾ ਫਲ ਲੱਗਦਾ ਹੈ। ਹਉਮੈ ਮਮਤਾ ਸ਼ਬਦ ਜਲਾਏ। ਧੰਨ ਗੁਰੂ ਮਹਾਰਾਜ ਜੀ ਦੇ ਸ਼ਬਦ ਦੇ ਵਿੱਚ ਸ਼ਕਤੀ ਹੈ ਕਿ ਉਸ ਹਉਮੈ ਤੇ ਮਮਤਾ ਨੂੰ ਨਾਸ਼ ਕਰ ਦਿੰਦੀ ਹੈ ਜੀ। ਬੁੱਧਵਾਰ ਆਪੇ ਬੁੱਧ ਸਾਰ। ਧੰਨ ਗੁਰੂ ਜੀ ਰਹਿਮਤ ਕਰਦੇ ਨੇ। ਅੱਗੇ ਆ ਗਿਆ ਬੁੱਧਵਾਰ, ਤੇ ਸਾਡੇ ਅੰਦਰ ਜਿਹੜਾ ਇਹ ਵੀ ਮੈਂ ਦੱਸ ਦਿਆਂ, ਬੁੱਧਵਾਰ ਹੈ ਨਾ ਜਿਹੜਾ, ਇਹ ਚੰਦ ਦਾ ਪੁੱਤਰ ਮੰਨਿਆ ਗਿਆ ਬੁੱਧ, ਤੇ ਉਹਦੇ ਨਾਂ ਤੇ ਇਹਦਾ ਨਾਂ ਰੱਖਿਆ। ਥੋੜਾ ਜਿਹਾ ਮੈਂ ਇੱਥੇ ਰੋਕ ਕੇ ਖੁਲਾਸਾਕਾਰੀ ਦੇਵਾਂ। ਦਾਸ ਨੇ ਪ੍ਰਾਰੰਭਤਾ ਦੇ ਵਿੱਚ ਦੱਸ ਦਿੱਤਾ ਹੈ ਵੀ ਹਿੰਦੂ ਧਰਮ ਨੂੰ ਭਗਤ ਕਬੀਰ ਜੀ ਨੇ ਕਾਣਾ ਆਖਿਆ, ਹਿੰਦੂ ਅੰਨਾ, ਹਿੰਦੂ ਧਰਮ ਨੂੰ ਅੰਨਾ ਆਖਿਆ। ਇਹ ਸੱਚੀ ਮੁੱਚੀ ਅੰਨੇ ਨੇ। ਅਦਿੱਤਵਾਰ ਆਦ ਪੁਰਖ ਹੈ ਸੋਈ। ਐਤਵਾਰ ਕਹਿੰਦੇ ਨੇ ਅਦਿੱਤੀ ਦੀ ਵੰਸ਼ ਦੇ ਵਿੱਚੋਂ ਹੈ, ਤੇ ਇਸ ਵਾਸਤੇ ਇਹ ਐਤਵਾਰ ਹੈ। ਹੁਣ ਵਾਰ ਵੀ ਕਦੇ ਜੰਮਦੇ ਨੇ ਕਿਸੇ ਦੇ ਪੇਟ ਚੋਂ। ਇਸੇ ਤਰ੍ਹਾਂ ਫਿਰ ਸੋਮਵਾਰ ਕਹਿੰਦੇ ਨੇ ਚੰਦ ਦਾ, ਮੰਗਲਵਾਰ ਧਰਤੀ ਦੇ ਪੁੱਤਰ ਦੇ ਨਾਂ ਨਾਲ। ਹੁਣ ਧਰਤੀ ਮਾਤਾ ਅਸੀਂ ਸਾਰੇ ਇਹਦੀ ਸੰਤਾਨ ਆ, ਇਹਦੇ ਤੋਂ ਕੁਝ ਲੈ ਕੇ ਖਾਣੇ। ਗੁਰੂ ਮਹਾਰਾਜ ਜੀ ਨੇ ਤੈਨੂੰ ਵੱਡੀ ਬੇਬੇ ਆਖਿਆ। ਮਾਤਾ ਧਰਤ ਮਹਤ, ਮਹਤ ਦਾ ਅਰਥ ਹੁੰਦਾ ਵੱਡੀ। ਮਾਤਾ ਇਹ ਸਾਡੀ ਵੱਡੀ ਬੇਬੇ ਹੈ। ਜਿਵੇਂ ਪਰਿਵਾਰ ਦੇ ਵਿੱਚ ਵੱਡੀ ਬੇਬੇ ਹੁੰਦੀ ਹੈ ਨਾ, ਦਾਦੀ ਮਾਂ ਨੂੰ ਵੱਡੀ ਬੇਬੇ ਆਖਿਆ ਜਾਂਦਾ ਹੈ। ਘਰ ਦੇ ਵਿੱਚ ਵੱਡੀ ਬੇਬੇ ਹੁੰਦੀ ਹੈ, ਦਾਦੀ ਮਾਂ ਹੁੰਦੀ ਹੈ। ਕਈ ਤਾਈਆਂ ਨੂੰ ਵੀ ਵੱਡੀ ਬੇਬੇ ਆਖ ਦਿੰਦੇ ਨੇ, ਵੱਡੀ ਮਾਂ ਆਖ ਦਿੰਦੇ ਨੇ। ਸਾਰਾ ਘਰ ਦਾ ਕਾਰੋਬਾਰ ਵੱਡੀ ਬੇਬੇ ਦੇ, ਵੱਡੀ ਮਾਂ ਦੇ ਹੱਥ ਦੇ ਵਿੱਚ ਹੁੰਦਾ, ਦਾਦੀ ਮਾਂ ਦੇ ਹੱਥ ਦੇ ਵਿੱਚ ਹੁੰਦਾ। ਜਿਸ ਵੀ ਭਾਵੇਂ ਨੂੰਹ ਹੈ, ਭਾਵੇਂ ਪੋਤ ਨੂੰ ਹੈ, ਭਾਵੇਂ ਧੀ ਹੈ, ਤੇ ਉਹਨੇ ਮਾਂ ਨੂੰ ਹੀ ਆਖਣਾ ਹੈ ਬੇਬੇ ਅੱਜ ਕੀ ਬਣਾਈਏ, ਬੇਬੇ ਮੈਂ ਜਾਣਾ ਹੈ ਤੇ ਇੰਨੇ ਕੁ ਪੈਸੇ ਚਾਹੀਦੇ ਨੇ, ਮੇਰੀਆਂ ਚੱਪਲਾਂ ਟੁੱਟੀਆਂ ਨੇ। ਸਾਰਾ ਕੁਝ ਜਿਹੜਾ ਉਹ ਵੱਡੀ ਬੇਬੇ ਤੋਂ ਮੰਗਿਆ ਜਾਂਦਾ। ਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਧਰਤੀ ਹੈ ਨਾ ਜਿਹੜੀ ਸਾਡੀ, ਇਹ ਵੱਡੀ ਬੇਬੇ ਵੇ। ਮਾਤਾ ਧਰਤ ਮਹਤ, ਮਹਤ ਦਾ ਅਰਥ ਹੁੰਦਾ ਵੱਡੀ। ਪਵਨ ਗੁਰੂ ਪਾਣੀ ਪਿਤਾ, ਪਾਣੀ ਸਾਡਾ ਜਿਹੜਾ ਇਹ ਪਿਤਾ, ਕਿਉਂਕਿ ਸਾਰੀ ਪਦੈਸ਼ ਜਿਹੜੀ ਇਹ ਪਾਣੀ ਤੋਂ ਹੁੰਦੀ ਹੈ, ਤੇ ਫਿਰ ਮਾਂ ਹੋ ਗਈ ਧਰਤੀ, ਵੱਡੀ ਬੇਬੇ। ਇਹਦੇ ਤੋਂ ਅਸੀਂ ਸਾਰੇ ਆਪਣੇ ਰੋਜੀ ਰੋਟੀ ਦੇ ਜਿਤਨੇ ਵੀ ਸਾਧਨ ਨੇ ਉਹ ਚਲਾ ਰਹੇ ਹਾਂ। ਕੁਝ ਖਾਣਾ ਹੈ ਤੇ ਧਰਤੀ ਤੋਂ ਉਗਰੇਗਾ, ਕੁਝ ਪੀਣਾ ਹੈ ਤੇ ਉਹ ਸਾਨੂੰ ਪਿਤਾ ਤੋਂ ਮਿਲਦਾ ਹੈ। ਵਸਤਰ ਨੇ ਉਹ ਵੀ ਸਾਨੂੰ ਵੱਡੀ ਬੇਬੇ ਤੋਂ ਮਿਲਦੇ। ਨਰਮਾ ਕਪਾਹ ਹੁੰਦੀ ਹੈ ਤੇ ਫਿਰ ਕਿਤੇ ਜਾ ਕੇ ਸਾਨੂੰ ਕੱਪੜੇ ਮਿਲਦੇ ਨੇ, ਵੱਡੀ ਬੇਬੇ ਤੋਂ ਹੀ ਲੈਣੇ ਨਾ। ਹੁਣ ਕਈਆਂ ਥਾਵਾਂ ਤੇ ਇਸ ਤਰ੍ਹਾਂ ਦੇ ਸਿਧਾਂਤ ਨੇ ਕਿ ਉਹ ਮੰਨਣ ਯੋਗ ਹੀ ਨਹੀਂ ਹੈਗੇ। ਮੰਗਲ ਮਾਇਆ ਮੋਹ ਪਾਇਆ, ਕਹਿੰਦੇ ਨੇ ਮੰਗਲ ਹੈ ਜਿਹੜਾ ਇਹ ਧਰਤੀ ਦਾ ਪੁੱਤਰ ਹੈ, ਉਹਦੇ ਨਾਂ ਤੇ ਰੱਖਿਆ। ਬੁੱਧਵਾਰ ਇਹ ਚੰਦ ਦਾ ਪੁੱਤਰ ਹੈ ਤੇ ਉਹਦੇ ਨਾਂ ਤੇ ਨਾਂ ਰੱਖਿਆ। ਤੇ ਕਈਆਂ ਦੇ ਅੰਦਰ ਇਹ ਵੀ ਬੜਾ ਵਹਿਮ ਹੈ ਵੀ ਜਿਹੜਾ ਕੰਮ ਅਸੀਂ ਬੁੱਧਵਾਰ ਸ਼ੁਰੂ ਕਰਾਂਗੇ ਨਾ ਉਹ ਸਿਰੇ ਲੱਗ ਜਾਏਗਾ। ਗੁਰੂ ਮਹਾਰਾਜ ਜੀ ਕਹਿੰਦੇ ਨੇ ਨਹੀਂ, ਆਪੇ ਬੁੱਧ ਸਾਰ। ਬੁੱਧਵਾਰ ਕੰਮ ਸ਼ੁਰੂ ਕੀਤਾ, ਬੁੱਧ ਨੇ ਇਸ ਕੰਮ ਨੂੰ ਸਿਰੇ ਨਹੀਂ ਲਾਣਾ। ਕਿਉਂ ਨਹੀਂ ਲਾਣਾ? ਜੇ ਉਹ ਪਰਮਾਤਮਾ ਨੇ ਬੁੱਧੀ ਖੋਲੀ ਤੇ ਫਿਰ ਕਿਵੇਂ ਕਰੇਗਾ? ਆਪੇ ਬੁੱਧ ਸਾਰ, ਉਹ ਪਰਮਾਤਮਾ ਆਪ ਕਿਰਪਾ ਕਰਨ ਵਾਲਾ ਹੈ। ਜਦੋਂ ਸਾਨੂੰ ਬੁੱਧੀ ਦੇ ਦਿੰਦਾ ਨਾ ਫਿਰ ਉਹ ਕੰਮ ਸਿਰੇ ਲੱਗਦਾ ਹੈ। ਕਿਸੇ ਵਾਰ ਦੇ ਸ਼ੁਰੂ ਕੀਤਿਆਂ ਕੰਮ ਸਿਰੇ ਨਹੀਂ ਲੱਗਦਾ। ਆਪੇ ਬੁੱਧ ਸਾਰ, ਉਹ ਪਰਮਾਤਮਾ ਨੇ ਸ੍ਰੇਸ਼ਟ ਬੁੱਧੀ ਸਾਨੂੰ ਦੇਣੀ ਹੈ ਤੇ ਫਿਰ ਸਾਡਾ ਕੰਮ ਹੈ ਜਿਹੜਾ, ਕਾਰੋਬਾਰ ਹੈ ਜਿਹੜਾ ਉਹ ਸਿਰੇ ਲੱਗਣਾ ਹੈ। ਇਸੇ ਤਰ੍ਹਾਂ ਧੰਨ ਗੁਰੂ ਰਾਮਦਾਸ ਚੌਥੇ ਪਾਤਸ਼ਾਹ ਦਾ ਗੌੜੀ ਰਾਗ ਦੇ ਅੰਦਰ ਇੱਕ ਪਾਵਨ ਸ਼ਬਦ ਹੈ। ਉੱਥੇ ਵੀ ਕਿਸੇ ਨੇ ਸਵਾਲ ਕੀਤਾ ਸੀ, ਜਿਵੇਂ ਆਪਾਂ ਕਹਿ ਦਿੰਦੇ ਇਹਨੇ ਮੈਨੂੰ ਕੁਝ ਕਰ ਦਿੱਤਾ ਹੈ, ਇਹਨੇ ਮੇਰੇ ਮਗਰ ਲਾ ਦਿੱਤਾ ਹੈ। ਇਸ ਤਰ੍ਹਾਂ ਦੇ ਬੜੇ ਵਹਿਮ ਭਰਮ ਨੇ ਨਾ ਜਿਹੜੇ ਉਹ ਸਾਡੇ ਸਮਾਜ ਦੇ ਅੰਦਰ ਨੇ। ਤੇ ਧੰਨ ਗੁਰੂ ਰਾਮਦਾਸ ਜੀ ਸੱਚੇ ਸਤਿਗੁਰ ਕਿਰਪਾ ਕਰਦੇ ਨੇ, ਸਾਨੂੰ ਦੱਸਦੇ ਨੇ, ਭਾਈ ਮਤ ਕੋਈ ਜਾਣੋ ਕਿਸੀ ਕੈ ਕਿਛ ਹਾਥ ਹੈ। ਭਾਈ ਗੁਰਮੁਖਾ, ਇਹ ਕੋਈ ਇਹਦੇ ਹੱਥ ਦੇ ਵਿੱਚ ਥੋੜੀ ਹੈ ਵੀ ਇਹ ਤੇਰੇ ਮਗਰ ਕੁਝ ਲਾ ਦੇਗਾ, ਤੇਰੇ ਮਗਰ ਭੂਤ ਲਾ ਦੇਗਾ ਜਾਂ ਕੋਈ ਹੋਰ ਕੁਝ ਲਾ ਦੇਗਾ। ਇਹ ਨਹੀਂ ਲਾ ਸਕਦਾ।
ਭਾਈ ਮਤ ਕੋਈ ਜਾਣੋ ਕਿਸੀ ਕੈ ਕਿਛ ਹਾਥ ਹੈ, ਸਭ ਕਰੇ ਕਰਾਇਆ। ਸਾਰਾ ਉਸ ਪਰਮਾਤਮਾ ਦਾ ਕੀਤਾ ਹੁੰਦਾ ਹੈ। ਉਹ ਪਰਮਾਤਮਾ ਜਿਹੜਾ ਉਹ ਕਰਦਾ ਤੇ ਉਸ ਦੇ ਕਰਨ ਦੇ ਨਾਲ ਹੁੰਦਾ ਹੈ। ਅਗਲੀ ਤੁਕ ਵਿੱਚ ਗੁਰੂ ਮਹਾਰਾਜ ਜੀ ਦੱਸਦੇ ਨੇ, ਜਰਾ ਮਰਾ ਤਾਪ ਸਿਤ ਸਾਪ। ਜਰਾ ਬਿਮਾਰੀ ਨੂੰ ਆਖਦੇ ਨੇ, ਜਰਾ ਬੁਢੇਪੇ ਨੂੰ ਵੀ ਆਖਦੇ ਨੇ। ਜਰਾ ਬਿਮਾਰੀ, ਮਰਾ ਮਰ ਜਾਣਾ, ਤਾਪ ਜਿਹੜਾ ਬੁਖਾਰ ਹੁੰਦਾ ਹੈ, ਸਿਰਤ ਸਾਪ ਇਹ ਅੱਧੇ ਸਿਰ ਨੂੰ ਆਖਦੇ ਨੇ। ਭਾਵੇਂ ਕਿਸੇ ਨੂੰ ਕੋਈ ਬਿਮਾਰੀ ਲੱਗੀ ਏ, ਭਾਵੇਂ ਕੋਈ ਸਰੀਰ ਛੱਡ ਗਿਆ, ਭਾਵੇਂ ਕਿਸੇ ਨੂੰ ਬੁਖਾਰ ਹੋਇਆ, ਭਾਵੇਂ ਕਿਸੇ ਦਾ ਅੱਧਾ ਸਿਰ ਦੁਖਦਾ ਹੈ, ਸਭ ਹਰ ਕੇ ਵਸ ਹੈ। ਇਹ ਸਾਰਾ ਕੁਝ ਪਰਮਾਤਮਾ ਦੇ ਵਸ ਹੈ। ਕੋਈ ਕਿਸੇ ਦਾ ਅੱਧਾ ਸਿਰ ਨਹੀਂ ਦੁਖਣ ਲਾ ਸਕਦਾ, ਕੋਈ ਇਸ ਤਰ੍ਹਾਂ ਕਿਸੇ ਦਾ ਕੁਝ ਨਹੀਂ ਕਰ ਸਕਦਾ। ਕੋਈ ਲੱਗ ਨਾ ਸਕੈ ਬਿਨ ਹਰ ਕਾ ਲਾਇਆ। ਕੋਈ ਵੀ ਇਹ ਲਾ ਨਹੀਂ ਸਕਦਾ ਬਿਨਾਂ ਹਰੀ ਪਰਮਾਤਮਾ ਦੇ ਲਾਏ ਤੋਂ। ਜੇ ਪਰਮਾਤਮਾ ਵਾਹਿਗੁਰੂ ਲਾਵੇਗਾ ਨਾ ਤੇ ਫਿਰ ਲੱਗੇਗਾ, ਕਿਸੇ ਬੰਦੇ ਦੇ ਲਾਇਆ ਨਹੀਂ ਲੱਗਦਾ। ਐਸਾ ਹਰ ਨਾਮ ਮਨ ਚਿਤ ਨਿਤ ਧਿਆਵੋ। ਫਿਰ ਗੁਰੂ ਜੀ ਰਹਿਮਤ ਕਰਦੇ ਨੇ, ਉਹ ਪਰਮਾਤਮਾ ਹੈ ਨਾ ਜਿਹੜਾ ਇਸ ਤਰ੍ਹਾਂ ਦਾ ਸਾਰਾ ਕੁਝ ਸਾਨੂੰ ਲਾਉਣ ਵਾਲਾ ਤੇ ਸਾਰਾ ਕੁਝ ਹਟਾਉਣ ਵਾਲਾ, ਉਹਦੇ ਨਾਮ ਨੂੰ ਆਪਣੇ ਚਿੱਤ ਦੇ ਵਿੱਚ ਅਸੀਂ ਧਿਆਉਣਾ ਕਰੀਏ, ਅਸੀਂ ਸਿਮਰਨਾ ਕਰੀਏ, ਅਸੀਂ ਯਾਦ ਕਰੀਏ। ਜਨ ਨਾਨਕ ਜੋ ਅੰਤੀ ਅਵਸਰ ਲੈ ਛਡਾਇਆ। ਉਹ ਪਰਮਾਤਮਾ ਵਾਹਿਗੁਰੂ ਸਾਡੇ ਤੇ ਕਿਰਪਾ ਕਰੇਗਾ, ਆਖਰੀ ਸਮੇਂ ਵੀ ਸਾਨੂੰ ਛਡਾ ਲਵੇਗਾ ਤੇ ਇਸ ਦੁਨੀਆ ਦੇ ਵਿੱਚ ਵੀ ਅਸੀਂ ਉਸ ਵਾਹਿਗੁਰੂ ਦਾ ਦਿੱਤਾ ਜਿਹੜਾ ਸੁੱਖ ਹੈ ਉਹ ਭੋਗਾਂਗੇ। ਸੋ ਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ। ਆਪੇ ਬੁੱਧਸਾਰ ਭਾਈ ਬੁੱਧਵਾਰ ਕੰਮ ਸ਼ੁਰੂ ਕੀਤਿਆਂ ਨਾ, ਬੁੱਧਵਾਰ ਨੇ ਨਹੀਂ ਕੰਮ ਨੂੰ ਰਾਸ ਕਰਨਾ, ਆਪੇ ਬੁੱਧਸਾਰ ਉਹ ਪ੍ਰਭੂ ਪਰਮਾਤਮਾ ਸੱਚੇ ਸਤਿਗੁਰ ਕਿਰਪਾ ਕਰਨ, ਬੁੱਧੀ ਦੀ ਦਾਤ ਦੇਣ ਤੇ ਫਿਰ ਭਾਈ ਕਾਰਜ ਰਾਸ ਹੁੰਦਾ ਹੈ ਜੀ। ਗੁਰਮੁਖ ਕਰਨੀ ਸ਼ਬਦ ਵਿਚਾਰ। ਜਿਹੜਾ ਗੁਰਮੁਖ ਹੈ ਉਹਦੀ ਕਰਨੀ ਕੀ ਹੈ? ਸ਼ਬਦ ਵਿਚਾਰ। ਉਹ ਸ਼ਬਦ ਦੀ ਵਿਚਾਰ ਦੇ ਨਾਲ ਆਪਣੇ ਜੀਵਨ ਨੂੰ ਜਿਉਣਾ ਕਰਦਾ ਹੈ। ਧੰਨ ਗੁਰੂ ਮਹਾਰਾਜ ਜੀ ਦਾ ਸ਼ਬਦ ਹੈ ਤੇ ਉਹ ਸ਼ਬਦ ਦੀ ਵਿਚਾਰ ਦੇ ਨਾਲ ਚੱਲਦਾ। ਜਿਵੇਂ ਕਿਸੇ ਨੇ ਵਿਆਹ ਕਰਨਾ ਹੈ ਬੱਚੇ ਦਾ, ਤੇ ਧੰਨ ਗੁਰੂ ਮਹਾਰਾਜ ਜੀ ਦੇ ਪਾਵਨ ਸ਼ਬਦ ਗੁਰਬਾਣੀ ਸ਼ਬਦ ਰੂਪ ਹੈ। ਸ਼ਬਦ ਦਾ ਆਸਰਾ ਲੈ ਲੈਂਦਾ, ਗੁਰੂ ਦਾ ਆਸਰਾ ਲੈ ਲੈਂਦਾ। ਹੋਰ ਇਸ ਤਰ੍ਹਾਂ ਅਸੀਂ ਕਈ ਕਾਰਜ ਨੇ ਜਿਹੜੇ ਜੀਵਨ ਵਿੱਚ ਕਰਦੇ ਹਾਂ ਤੇ ਗੁਰੂ ਮਹਾਰਾਜ ਜੀ ਦਾ ਆਸਰਾ ਲੈਂਦੇ ਹਾਂ। ਉੱਥੇ ਦਿਨਾਂ ਦੀ ਵਿਚਾਰ ਨਹੀਂ ਕਰਨੀ, ਥਿਤਵਾਰ ਦੀ ਵਿਚਾਰ ਨਹੀਂ ਕਰਨੀ, ਕਿਸੇ ਪ੍ਰਕਾਰ ਦੇ ਮੂਰਤ ਦੀ ਵਿਚਾਰ ਹੈ ਜਿਹੜੀ ਉਹ ਵੀ ਨਹੀਂ ਕਰਨੀ। ਕਈ ਵਾਰੀ ਨਾ ਸਾਡੇ ਪੜ੍ਹੇ ਲਿਖੇ ਗ੍ਰੰਥੀ ਸਿੰਘ ਜਾਂ ਹੋਰ ਵਿਦਵਾਨ ਕਹਿ ਦਿੰਦੇ ਨੇ, ਅੱਜ ਜੀ ਸੰਗਰਾਂਦ ਦਾ ਪਵਿੱਤਰ ਦਿਹਾੜਾ ਹੈ। ਜੇ ਪਵਿੱਤਰ ਦਿਹਾੜਾ ਹੈ ਤੇ ਫਿਰ ਇਹਦੇ ਵਿੱਚ ਤਾਂ ਪਾਪੀ ਕੋਈ ਨਹੀਂ ਹੋਣਾ ਚਾਹੀਦਾ, ਜਾਂ ਤਾਂ ਸਾਰੇ ਪਾਪੀ ਮਰ ਜਾਣ ਤੇ ਜਾਂ ਫਿਰ ਅਸੀਂ ਇਸ ਦਿਹਾੜੇ ਨੂੰ ਪਵਿੱਤਰ ਆਖਣੋਂ ਹਟ ਜਾਈਏ। ਇੱਕ ਮੈਂ ਨਿੱਕਾ ਜਿਹਾ ਨੁਕਤਾ ਦੱਸਦਾ ਆਪ ਜੀ ਨੂੰ। ਅੱਗ ਹੈ, ਅੱਗ ਨੂੰ ਤੁਸੀਂ ਕੀ ਮੰਨੋਗੇ? ਪਵਿੱਤਰ ਮੰਨੋਗੇ ਕਿ ਪਾਪੀ ਮੰਨੋਗੇ? ਨਾ ਇਹ ਪਵਿੱਤਰ ਹੈ ਤੇ ਨਾ ਹੀ ਪਾਪੀ ਹੈ। ਅੱਗ ਸਿਰਫ ਅੱਗ ਹੈ। ਅੱਗ ਜਿਹੜੀ ਹੈ ਇਹ ਪਵਿੱਤਰ ਵੀ ਨਹੀਂ ਤੇ ਪਾਪਣ ਵੀ ਨਹੀਂ। ਅੱਗ ਕੇਵਲ ਤੇ ਕੇਵਲ ਅੱਗ ਹੈ। ਮੈਂ ਆਪ ਜੀ ਨੂੰ ਸਿੱਧ ਕਰਕੇ ਸਮਝਾਉਣ ਦਾ ਯਤਨ ਕਰਦਾ। ਅੱਗ ਸਾਡੇ ਚੁੱਲ੍ਹੇ ਦੇ ਵਿੱਚ ਮੱਚ ਰਹੀ ਹੈ ਤੇ ਇਹਦੇ ਨਾਲ ਸਾਨੂੰ ਜੀਵਨ ਮਿਲਦਾ ਹੈ। ਰੋਜੀ ਸਾਡੀ ਜਿਹੜੀ ਰੋਟੀ ਹੈ ਇਹ ਅੱਗ ਤੋਂ ਤਿਆਰ ਹੁੰਦੀ ਹੈ। ਇਹ ਚੰਗਾ ਕੰਮ ਕਰ ਰਹੀ ਹੈ। ਕਈ ਵਾਰੀ ਅੱਗ ਜਿਹੜੀ ਹੈ ਕੰਟਰੋਲ ਲੈਸ ਹੋ ਜਾਂਦੀ ਹੈ, ਸਾਡੇ ਤੋਂ ਕੰਟਰੋਲ 'ਚ ਨਹੀਂ ਰਹਿੰਦੀ ਤੇ ਫਿਰ ਇਹ ਨੁਕਸਾਨ ਕਰਦੀ। ਹੁਣ ਅੱਗ ਤਾਂ ਅੱਗ ਹੀ ਹੈ ਨਾ, ਜਦੋਂ ਨੁਕਸਾਨ ਕਰਤਾ ਉਦੋਂ ਫਿਰ ਆਪਾਂ ਕਹਿ ਦਿੰਦੇ ਪਾਪਣ ਹੈ, ਤੇ ਜਦੋਂ ਰੋਟੀ ਦਿੰਦੀ ਉਦੋਂ ਪਵਿੱਤਰ ਹੈ। ਹੁਣ ਇੱਕ ਚੀਜ਼ ਉਹ ਦੋ ਨਹੀਂ ਹੋ ਸਕਦੇ। ਇੱਕ ਸਿੱਖ ਹੈ, ਸਿੱਖ ਹੋ ਸਕਦਾ ਹੈ, ਪੁੰਨੀ ਹੋ ਸਕਦਾ ਜਾਂ ਪਾਪੀ ਹੋ ਸਕਦਾ। ਇਸ ਤਰ੍ਹਾਂ ਨਹੀਂ ਅਸੀਂ ਕਹਿ ਸਕਦੇ ਵੀ ਇਹ ਪੁੰਨੀ ਵੀ ਹੈ ਤੇ ਇਹ ਪਾਪੀ ਵੀ ਹੈ, ਕਿਉਂਕਿ ਜਿਹੜਾ ਪਾਪੀ ਮਨੁੱਖ ਹੈ ਉਹਦੇ ਦੁਆਰਾ ਕੀਤਾ ਗਿਆ ਪੁੰਨ ਜਿਹੜਾ ਉਹ ਵੀ ਪੁੰਨ ਨਹੀਂ ਮੰਨਿਆ ਜਾਂਦਾ, ਉਹਨੂੰ ਪਾਪ ਹੀ ਮੰਨਿਆ ਜਾਂਦਾ ਹੈ। ਇਸੇ ਤਰ੍ਹਾਂ ਕੋਈ ਵੀ ਦਿਹਾੜਾ ਹੈ ਨਾ ਜਿਹੜਾ ਇਹ ਨਾ ਪਾਪੀ ਹੈ ਤੇ ਨਾ ਪਵਿੱਤਰ ਹੈ, ਕਿਉਂਕਿ ਇਹਨਾਂ ਨੇ ਜਨਮ ਨਹੀਂ ਲਿਆ, ਇਹ ਸਾਡੇ ਦੁਆਰਾ ਇਹਨਾਂ ਨੂੰ ਨਾਂ ਦਿੱਤੇ ਗਏ ਨੇ। ਇਹ ਬਣਦੇ ਨੇ ਸੂਰਜ ਦੇ ਧਰਤੀ ਦੇ ਦੁਆਲੇ ਚੱਕਰ ਕੱਢਣ ਤੋਂ। ਜਿਹੜੇ ਦਿਨ ਮਰਜ਼ੀ ਅੱਗੇ ਪਿੱਛੇ ਕਰ ਲਓ ਇਹਨਾਂ ਨੂੰ, ਦਿਨਾਂ ਨੂੰ, ਇਹ ਆਪਣੇ ਉੱਤੇ ਨਿਰਭਰ ਕਰਦਾ ਹੈ। ਸੋ ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਗੁਰਮੁਖ ਕਰਨੀ ਸ਼ਬਦ ਵਿਚਾਰ।
ਜਿਹੜਾ ਗੁਰਮੁਖ ਹੈ, ਧੰਨ ਗੁਰਬਾਣੀ ਦੇ ਸ਼ਬਦ ਦੀ ਵਿਚਾਰ ਹੈ ਜਿਹੜੀ, ਇਹਦੇ ਨਾਲ ਜੁੜਿਆ ਰਹਿੰਦਾ ਹੈ ਜੀ। ਨਾਮ ਰਤੇ ਮਨ ਨਿਰਮਲ ਹੋਏ। ਜੇ ਅਸੀਂ ਚਾਹੁੰਦੇ ਹਾਂ ਸਾਡਾ ਮਨ ਪਵਿੱਤਰ ਹੋਵੇ, ਸਾਡੇ ਮਨ ਦੇ ਵਿੱਚ ਵਹਿਮ ਭਰਮ ਨਾ ਹੋਵੇ, ਕਿਉਂਕਿ ਇਹ ਮੈਲ ਹੈ, ਵਹਿਮ ਭਰਮ ਨੇ ਨਾ ਜਿਹੜੇ, ਇਹ ਮੈਲ ਹੈ। ਜੇ ਅਸੀਂ ਚਾਹੁੰਦੇ ਹਾਂ ਸਾਡਾ ਮਨ ਪਵਿੱਤਰ ਹੋਵੇ, ਨਾਮ ਰਤੇ, ਫਿਰ ਇਸ ਮਨ ਨੂੰ ਨਾਮ ਦੇ ਨਾਲ ਸਾਨੂੰ ਰੰਗ ਲੈਣਾ ਚਾਹੀਦਾ ਹੈ ਜੀ। ਹਰਿ ਗੁਣ ਗਾਵੈ ਹਉਮੈ ਮਲ ਕੋਇ। ਤੇ ਹਰੀ ਪਰਮਾਤਮਾ ਦੇ ਗੁਣ ਨੇ, ਇਹਨਾਂ ਨੂੰ ਗਾਇਨ ਕਰੇ। ਜਿਵੇਂ ਜਿਵੇਂ ਅਸੀਂ ਪਰਮਾਤਮਾ ਦੇ, ਵਾਹਿਗੁਰੂ ਦੇ ਗੁਣ ਗਾਇਨ ਕਰਦੇ ਹਾਂ, ਉਵੇਂ ਉਵੇਂ ਸਾਡੇ ਅੰਦਰ ਦੀ ਜਿਹੜੀ ਮੈਲ ਹੈ ਇਹ ਨਾਸ ਹੁੰਦੀ ਰਹਿੰਦੀ ਹੈ ਜੀ। ਦਰ ਸਚੈ ਸਰ ਸੋਭਾ ਪਾਏ। ਸੱਚੇ ਸਤਿਗੁਰ ਦਾ ਦਰ ਸੱਚਾ ਹੈ, ਤੇ ਸੱਚੇ ਦਰ ਤੇ ਉਸ ਗੁਰਮੁਖ ਪਿਆਰੇ ਨੂੰ ਵਡਿਆਈ ਮਿਲਦੀ ਹੈ, ਸੋਭਾ ਮਿਲਦੀ ਹੈ, ਜਿਹਨੇ ਆਪਣੇ ਮਨ ਨੂੰ ਪਰਮਾਤਮਾ ਦੇ ਨਾਮ ਦੇ ਨਾਲ ਰੰਗ ਲਿਆ। ਜਿਹੜਾ ਸੱਚੇ ਸਤਿਗੁਰ ਦੇ ਗੁਣਾਂ ਨੂੰ ਗਾਇਨ ਕਰਦਾ ਹੈ, ਉਹਨੂੰ ਸੱਚੇ ਸਤਿਗੁਰ ਦੇ ਦਰ ਤੇ ਸੋਭਾ ਵਡਿਆਈ ਮਿਲਦੀ ਹੈ ਜੀ। ਨਾਮ ਰਤੇ ਗੁਰ ਸ਼ਬਦ ਸੁਹਾਏ। ਜਿਹੜੇ ਗੁਰਮੁਖ ਪਿਆਰੇ ਨਾਮ ਦੇ ਵਿੱਚ ਰੰਗੇ ਹੋਏ ਨੇ ਨਾ, ਉਹਨਾਂ ਦੇ ਮੁਖ ਦੇ ਵਿੱਚੋਂ ਸੱਚੇ ਸਤਿਗੁਰ ਦਾ ਸ਼ਬਦ ਹੈ ਨਾ ਜਿਹੜਾ, ਇਹ ਬੜਾ ਸੋਭਨੀਕ ਲੱਗਦਾ ਹੈ, ਬੜਾ ਸੁਹਾਇਆ, ਬੜਾ ਪਿਆਰਾ ਲੱਗਦਾ ਹੈ। ਇਹਨੂੰ ਥੋੜਾ ਜਿਹਾ ਸਮਝਣਾ ਪਏਗਾ। ਨਾਮ ਰਤੇ, ਜਿਹੜੇ ਨਾਮ ਦੇ ਵਿੱਚ ਰੰਗੇ ਨੇ, ਗੁਰ ਸ਼ਬਦ ਸੁਹਾਏ, ਉਹਨਾਂ ਨੂੰ ਗੁਰੂ ਮਹਾਰਾਜ ਜੀ ਦੇ ਸ਼ਬਦ ਨੇ ਜਿਹੜੇ, ਇਹ ਸੁਖ ਦਿੰਦੇ ਨੇ। ਸੁਹਾਏ ਦਾ ਅਰਥ ਇੱਕ ਹੁੰਦਾ ਸੁਖ ਦੇਣਾ, ਤੇ ਸੁਹਾਏ ਦਾ ਦੂਜਾ ਅਰਥ ਜਿਹੜਾ ਇਹ ਹੁੰਦਾ ਚੰਗਾ ਲੱਗਣਾ। ਜਿਵੇਂ ਕੋਈ ਬਿਮਾਰ ਹੋਵੇ ਤੇ ਉਹ ਇਹ ਕਹਿ ਦਿੰਦਾ ਮੈਨੂੰ ਰੋਟੀ ਖਾਣੀ ਸੁਹਾਉਂਦੀ ਨਹੀਂ, ਭਾਵ ਪ੍ਰਸ਼ਾਦਾ ਛਕਣਾ ਜਿਹੜਾ ਇਹ ਮੈਨੂੰ ਸੁਹਾਉਂਦਾ ਨਹੀਂ, ਚੰਗਾ ਨਹੀਂ ਲੱਗਦਾ। ਨਾਮ ਰਤੇ ਗੁਰ ਸ਼ਬਦ ਸਹਾਏ, ਆਪਾਂ ਦੋਵੇਂ ਅਰਥ ਹੀ ਕਰ ਲੈਂਦੇ ਆ। ਨਾਮ ਰਤੇ ਜਿਹੜੇ ਪਰਮਾਤਮਾ ਦੇ ਨਾਮ ਦੇ ਵਿੱਚ ਰੰਗੇ ਨੇ ਨਾ, ਗੁਰ ਸ਼ਬਦ ਸਹਾਏ, ਉਹਨਾਂ ਨੂੰ ਗੁਰੂ ਦਾ ਸ਼ਬਦ ਭਾਵ ਬਾਣੀ ਪੜ੍ਹਨੀ ਬੜੀ ਚੰਗੀ ਲੱਗਦੀ ਹੈ। ਉਹਨਾਂ ਦਾ ਮਨ ਬਾਣੀ ਵਿੱਚ ਟਿਕਦਾ ਹੈ, ਬਾਣੀ ਪੜ੍ਹਦੇ ਨੇ। ਤੇ ਦੂਜਾ ਅਰਥ ਹੈ ਨਾਮ ਰਤੇ, ਜਿਨ੍ਹਾਂ ਦੇ ਅੰਦਰ ਪਰਮਾਤਮਾ ਦੀ ਕਿਰਪਾ ਰਹਿਮਤ ਵਾਹਿਗੁਰੂ ਦੀ ਹੋ ਗਈ ਹੈ, ਨਾਮ ਦੇ ਵਿੱਚ ਮਨ ਰੰਗਿਆ ਗਿਆ ਹੈ। ਗੁਰ ਸ਼ਬਦ ਸਹਾਏ, ਉਹਨਾਂ ਦੇ ਮੁਖ ਦੇ ਵਿੱਚੋਂ ਜਦੋਂ ਗੁਰਬਾਣੀ ਗੁਰੂ ਮਹਾਰਾਜ ਜੀ ਦੀ ਪੜ੍ਹੀ ਜਾਂਦੀ ਹੈ ਨਾ, ਤੇ ਬੜੀ ਸੋਹਣੀ ਲੱਗਦੀ ਹੈ, ਬੜੀ ਚੰਗੀ ਲੱਗਦੀ ਹੈ। ਗੁਰ ਸ਼ਬਦ ਸਹਾਏ, ਉਹ ਗੁਰੂ ਦੇ ਸ਼ਬਦ ਨੂੰ ਪੜ੍ਹਦੇ ਹੋਏ ਸੋਹਣੇ ਲੱਗਦੇ ਨੇ, ਸੁਹਾਉਂਦੇ ਨੇ, ਸਾਰਿਆਂ ਨੂੰ ਚੰਗੇ ਲੱਗਦੇ ਨੇ, ਜਿਨ੍ਹਾਂ ਦਾ ਮਨ ਪਰਮਾਤਮਾ ਦੇ ਪ੍ਰੇਮ ਦੇ ਵਿੱਚ ਰੰਗਿਆ ਹੋਇਆ ਹੈ ਜੀ। ਲਾਹਾ ਨਾਮ ਪਾਏ ਗੁਰਦੁਆਰ। ਗੁਰਦੁਆਰ, ਆਪਾਂ ਗੁਰਦੁਆਰ ਬੈਠੇ ਆ। ਗੁਰਦੁਆਰਾ ਇਹ ਸਾਡੀ ਵਿਗੜੀ ਹੋਈ ਬੋਲੀ ਹੈ। ਕਈ ਸ਼ਬਦ ਨੇ ਜਿਹੜੇ ਅਸੀਂ ਵਿਗਾੜ ਕੇ ਬੋਲਦੇ ਆ। ਗੁਰਦੁਆਰ, ਇਹਨੂੰ ਗੁਰੂ ਦਾ ਦਰ ਆਖਿਆ। ਦੁਆਰ ਦਾ ਅਰਥ ਹੈ ਦਰਵਾਜ਼ਾ। ਇਹ ਉਹ ਦਰਵਾਜ਼ਾ ਹੈ ਜਿੱਥੇ ਆਣ ਕੇ ਅਸੀਂ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਾਂ ਤੇ ਗੁਰੂ ਵਾਲੇ ਹੁੰਨੇ ਹਾਂ। ਇਸ ਦਰਵਾਜ਼ੇ ਤੋਂ ਪ੍ਰਵੇਸ਼ ਕੀਤਿਆਂ ਉਸ ਪਰਮਾਤਮਾ ਦਾ ਰਸਤਾ ਜਿਹੜਾ ਉਹ ਸਾਨੂੰ ਦਿਖਾਈ ਦਿੰਦਾ ਹੈ। ਲਾਹਾ ਨਾਮ ਪਾਏ ਗੁਰਦੁਆਰ, ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ। ਗੁਰੂ ਦੇ ਦਰ ਤੇ ਆਣ ਕੇ ਪਰਮਾਤਮਾ ਦੇ ਨਾਮ ਦਾ ਜਿਹੜਾ ਲਾਹਾ ਖੱਟਣਾ ਹੈ ਉਹ ਪ੍ਰਾਪਤ ਕਰੀਦਾ ਹੈ ਜੀ। ਆਪੇ ਦੇਵੈ ਦੇਵਨਹਾਰ, ਜਿਹੜਾ ਗੁਰੂ ਤੇ ਦਰ ਤੇ ਆ ਗਿਆ ਨਾਮ ਦੇ ਭਾਵਨਾ ਦੇ ਨਾਲ, ਫਿਰ ਸੱਚੇ ਸਤਿਗੁਰ ਕਿਰਪਾ ਕਰਦੇ ਨੇ, ਆਪ ਹੀ ਉਹਦੇ ਅੰਦਰ ਨਾਮ ਦਾ ਵਾਸਾ ਕਰਦੇ ਨੇ। ਦੇਵਨਹਾਰ, ਕਿਉਂਕਿ ਪਰਮਾਤਮਾ ਆਪ ਦੇਵਨਹਾਰ ਹੈ। ਨਾਮ ਦੀ ਦਾਤ ਦੇਣ ਵਾਲਾ ਆਪ ਗੁਰੂ ਹੈ ਤੇ ਗੁਰੂ ਆਪ ਕਿਰਪਾ ਕਰਦਾ ਹੈ, ਆਪਣੇ ਦਰ ਤੇ ਆਇਆ ਹੋਇਆਂ ਨੂੰ ਨਾਮ ਦੀ ਵਡਿਆਈ ਦਿੰਦਾ ਹੈ ਜੀ। ਜੋ ਦੇਵੈ ਤਿਸ ਕੋ ਬਲ ਜਾਈਐ, ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਜਿੱਥੋਂ ਸਾਨੂੰ ਕੁਝ ਮਿਲੇ ਨਾ ਉਹਦੇ ਤੋਂ ਅਸੀਂ ਵਾਰਨੇ ਬਲਿਹਾਰਨੇ ਜਾਈਏ। ਜੋ ਦੇਵੈ, ਜਿਹੜਾ ਸਾਨੂੰ ਨਾਮ ਦੇ ਰਿਹਾ ਹੈ, ਉਸ ਅਕਾਲ ਪੁਰਖ ਵਾਹਿਗੁਰੂ ਦਾ, ਉਸ ਸੱਚੇ ਸਤਿਗੁਰ ਤੋਂ ਅਸੀਂ ਵਾਰਨੇ ਬਲਿਹਾਰਨੇ ਜਾਣਾ ਕਰੀਏ। ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਏ। ਧੰਨ ਗੁਰਬਾਣੀ ਦੇ ਅੰਦਰ ਫਰਮਾਨ ਆਉਂਦਾ ਹੈ, ਜਿਸ ਦੇ ਦਰਸ਼ਨ ਕੀਤਿਆਂ ਹੀ ਮਨ ਦੇ ਵਿੱਚ ਆਨੰਦ ਵੱਜ ਜਾਂਦਾ ਹੈ, ਪਰਮਾਤਮਾ ਦਾ ਚੇਤਾ ਹੁੰਦਾ, ਯਾਦ ਹੁੰਦੀ ਹੈ, ਤੇ ਉਹ ਸੱਚੇ ਸਤਿਗੁਰ ਦਾ ਸਰੂਪ ਹੈ।
ਜੋ ਦੇਵੈ ਸੱਚਾ ਸਤਿਗੁਰ ਸਾਨੂੰ ਨਾਮ ਦੀ ਦਾਤ ਦਿੰਦਾ ਹੈ, ਤਿਸ ਕੋ ਬਲ ਜਾਈਏ, ਤੇ ਅਸੀਂ ਆਪਣੇ ਗੁਰੂ ਤੋਂ ਵਾਰਨੇ ਬਲਿਹਾਰਨੇ ਜਾਂਦੇ ਹਾਂ ਜੀ। ਗੁਰ ਪ੍ਰਸਾਦੀ ਆਪ ਗਵਾਈਐ। ਗੁਰੂ ਦੀ ਕਿਰਪਾ ਦੇ ਪਾਤਰ ਬਣ ਕੇ ਆਪਣੇ ਅੰਦਰੋਂ ਆਪਾ ਭਾਵੇ ਜਿਹੜਾ ਇਹ ਨਾਸ ਕਰ ਲਈਏ। ਆਪ ਗਵਾਈਏ ਦਾ ਅਰਥ ਹੈ ਆਪਾ ਭਾਵ। ਸਾਡੇ ਅੰਦਰ ਨਾ ਇੱਕ ਭਾਵ ਬਣਿਆ ਰਹਿੰਦਾ ਹੈ, ਇਹਨੂੰ ਅਹੰਗ ਵੀ ਆਖਦੇ ਨੇ। ਅਹੰਗ ਬਿਰਤੀ ਹੈ ਜਿਹੜੀ, ਇਹ ਮਨੁੱਖ ਦੇ ਅੰਦਰ ਬਣੀ ਰਹਿੰਦੀ ਆ। ਵੇਖੋ ਮੈਂ ਕਥਾ ਕਰ ਰਿਹਾ ਨਾ, ਤੇ ਬਿਲਕੁਲ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਦੇ ਅੰਦਰ ਬੈਠੇ ਆ। ਜੇ ਇੱਥੇ ਬੈਠ ਕੇ ਵੀ ਝੂਠ ਬੋਲਾਂਗੇ ਨਾ, ਤੇ ਫਿਰ ਸੱਚ ਬੋਲਣ ਨੂੰ ਕੋਈ ਥਾਂ ਨਹੀਂ ਰਹੇਗੀ। ਜੇ ਧੰਨ ਗੁਰੂ ਵੈਸੇ ਤਾਂ ਗੁਰੂ ਮਹਾਰਾਜ ਜੀ ਹਰ ਥਾਂ ਤੇ ਹਾਜ਼ਰ ਨਾਜ਼ਰ ਨੇ, ਸਾਨੂੰ ਕਿਤੇ ਵੀ ਝੂਠ ਨਹੀਂ ਬੋਲਣਾ ਚਾਹੀਦਾ। ਪਰ ਸੱਚੇ ਸਤਿਗੁਰ ਦੀ ਗੋਦ ਦੇ ਵਿੱਚ ਬੈਠ ਕੇ ਜਿਹੜਾ ਝੂਠ ਬੋਲਦਾ, ਤੇ ਫਿਰ ਸੱਚ ਬੋਲਣ ਨੂੰ ਤਾਂ ਕੋਈ ਥਾਂ ਹੀ ਨਹੀਂ ਰਹੇਗੀ। ਕਥਾ ਕਰਦੇ ਹੋਇਆ ਜਿਹੜੀ ਮੈਂ ਗੱਲ ਆਪ ਜੀ ਨੂੰ ਦੱਸਣ ਲੱਗਾ, ਕਥਾ ਕਰਦੇ ਹੋਇਆ ਨਾ ਕਈ ਵਾਰੀ ਮੇਰੇ ਅੰਦਰ ਵੀ ਆਪਾ ਭਾਵ ਬਣ ਜਾਂਦਾ ਵੀ ਆ ਮੈਂ ਅਰਥ ਬੜਾ ਸੋਹਣਾ ਕੀਤਾ, ਬਸ ਆਹੀ ਆਪਾ ਭਾਵ ਹੈ। ਅਹੰਗ ਬਿਰਤੀ ਆ ਜਾਂਦੀ, ਹੰਕਾਰ ਵਾਲੀ ਬਿਰਤੀ, ਇਹਨੂੰ ਅਹੰਗ ਆਖਿਆ। ਕਿਉਂਕਿ ਸਾਡੇ ਅੰਦਰ ਚਤੁਸ਼ਟਾ ਕਰਨ ਹੈ। ਇਹ ਚਤੁਸ਼ਟਾ ਕਰਨ ਨੇ ਜਿਹੜਾ ਮਨ, ਬੁੱਧ, ਚਿੱਤ ਤੇ ਅਹੰਗ, ਇਹਦੇ ਚਾਰ ਇਹ ਭਾਗ ਨੇ, ਤਾਂ ਇਹਨੂੰ ਚਤੁਸ਼ਟਾ ਕਰਨ ਆਖਿਆ। ਜਿੱਥੇ ਮਨ ਵਿਚਾਰਾਂ ਦਾ ਸਮੂਹ ਹੈ, ਤੇ ਬੁੱਧੀ ਹੈ ਜਿਹੜੀ, ਉਹ ਇਸ ਮਨ ਦੀਆਂ ਵਿਚਾਰਾਂ ਨੂੰ ਫੈਸਲਾ ਕਰਨ ਵਾਲੀ ਵੀ ਵਿਚਾਰ ਚੰਗੀ ਹੈ ਕਿ ਮਾੜੀ। ਜੇ ਬੁੱਧੀ ਨੂੰ ਵਿਚਾਰ ਮਾੜੀ ਲੱਗੀ ਤੇ ਇਹਨੇ ਰੋਕ ਦੇਣਾ, ਵਿਚਾਰ ਨਹੀਂ ਠੀਕ। ਜਦੋਂ ਬੁੱਧੀ ਨੇ ਇਸ ਵਿਚਾਰ ਨੂੰ ਰੋਕ ਦਿੱਤਾ ਤੇ ਅਹੰਗ ਨੇ ਖੜਿਆ ਹੋ ਜਾਣਾ ਹੈ। ਅਹੰਗ ਹੈ ਨਾ ਜਿਹੜਾ ਵੀ ਮੈਂ ਇਹ ਮਾੜੀ ਵਿਚਾਰ ਰੋਕ ਲਈਏ, ਅਹੰਗ ਆ ਗਿਆ, ਆਪਾ ਭਾਵ ਬਣ ਗਿਆ। ਇਹ ਮਾਰਗ ਹੀ ਇਸ ਤਰ੍ਹਾਂ ਦਾ ਹੈ। ਖੰਨਿਓ ਤਿੱਖੀ ਵਾਲੋਂ ਨਿੱਕੀ, ਬੜਾ ਬਰੀਕ ਮਾਰਗ ਹੈ। ਇੱਕ ਦਿਨ ਦਾਸ ਅਰਥ ਕਰਨ ਲੱਗਾ ਸੀ, ਸਮਾਂ ਹੋ ਗਿਆ, ਹੁਣ ਮੈਂ ਗੱਲ ਵਿਚਾਲੇ ਨਹੀਂ ਛੱਡਾਂਗਾ। ਦਵੈਸ਼ ਤੇ ਈਰਖਾ, ਇਹਨਾਂ 'ਚ ਕੀ ਫਰਕ ਹੈ? ਇੱਕ ਈਰਖਾ ਹੈ ਤੇ ਇੱਕ ਦਵੈਸ਼ ਹੈ, ਇਹਨਾਂ ਵਿੱਚ ਫਰਕ ਕੀ ਹੈ? ਈਰਖਾ ਜਿਵੇਂ ਇੱਕ ਮਾਂ ਦੇ 4 ਬੱਚੇ ਨੇ ਨਾ, ਉਹ ਚਾਰਾਂ ਦੇ ਵਿੱਚੋਂ ਇੱਕ ਨੂੰ ਥੋੜਾ ਜਿਹਾ ਜ਼ਿਆਦਾ ਲਾਡ ਕਰਦੀ ਹੈ ਤੇ ਇਹਨੂੰ ਈਰਖਾ ਆਖਦੇ ਨੇ। ਸਾਡੇ ਘਰੇ 4-5 ਪਸ਼ੂ ਨੇ, ਉਹਨਾਂ 'ਚੋਂ ਕੁਦਰਤੀ ਤੌਰ ਤੇ ਸਾਨੂੰ ਕਿਸੇ ਇੱਕ ਪਸ਼ੂ ਦੇ ਨਾਲ ਲਗਾਵ ਹੋ ਜਾਂਦਾ ਹੈ, ਬਾਕੀਆਂ ਨਾਲ ਅਸੀਂ ਈਰਖਾ ਕਰ ਰਹੇ ਹਾਂ। ਉਹਨੂੰ ਹੱਥ ਜਿਹੜਾ ਥੋੜਾ ਜਿਹਾ ਖੁੱਲਾ ਪੱਠਾ ਦਾਣਾ ਜਿਹੜਾ ਉਹ ਪਾ ਦਿੰਦੇ ਆ, ਤੇ ਦੂਜੇ ਨੇ ਜਿਹੜੇ ਉਹਨਾਂ ਨਾਲ ਈਰਖਾ ਹੋ ਰਹੀ ਹੈ। ਪਰਿਵਾਰ ਦੇ ਵਿੱਚ ਵੀ ਇਹ ਈਰਖਾ ਜਿਹੜੀ ਚੱਲਦੀ ਰਹਿੰਦੀ ਹੈ। ਇਹ ਈਰਖਾ ਧਾਰਮਿਕ ਲੋਕਾਂ ਦੇ ਵਿੱਚ ਵੀ ਵੇਖਣ ਨੂੰ ਮਿਲ ਜਾਏਗੀ ਆਪ ਜੀ ਨੂੰ। ਤੇ ਦਵੈਸ਼ ਕੀ ਹੈ? ਕਿਸੇ ਦੇ ਨੁਕਸਾਨ ਹੋ ਗਿਆ ਤੇ ਅਸੀਂ ਗਏ ਆ, ਉਹਦੇ ਨੁਕਸਾਨ ਹੋਏ ਤੋਂ ਬਾਅਦ ਦੁੱਖ ਵਡਾਉਣ ਵਾਸਤੇ ਉੱਥੇ ਜਾ ਕੇ ਮੂੰਹ ਸਾਡਾ ਨਾ ਜਿਹੜਾ ਉਹ ਬੜਾ ਦੁਖੀ ਹੈ। ਭਾਵ ਜਿਵੇਂ ਉਹ ਦੁਖੀ ਹੈ ਨਾ, ਉਸ ਤਰ੍ਹਾਂ ਦਾ ਅਸੀਂ ਮੂੰਹ ਵੀ ਦੁਖੀ ਬਣਾ ਲਿਆ, ਤੇ ਅੰਦਰ ਸਾਡੇ ਨਾਲ ਇੱਕ ਖੁਸ਼ੀ ਹੈ ਜਿਹੜੀ ਉਹ ਜਨਮ ਲੈ ਰਹੀ ਵੀ ਚੰਗਾ ਹੋਇਆ ਇਹਦੇ ਨਾਲ, ਬਹੁਤ ਵਧੀਆ। ਇਹ ਦਵੈਸ਼ ਹੈ, ਇਹਨੂੰ ਦਵੈਸ਼ ਆਖਦੇ ਨੇ। ਇਸੇ ਤਰ੍ਹਾਂ ਕਿਸੇ ਦੇ ਘਰੇ ਖੁਸ਼ੀ ਹੈ ਤੇ ਅਸੀਂ ਵਧਾਈ ਲੈ ਕੇ ਗਏ ਆ ਵੀ ਚਲੋ ਵਧਾਈ ਦੇ ਆਉਂਦੇ, ਇਹਨਾਂ ਦੇ ਬੱਚਾ ਹੋਇਆ ਜਾਂ ਨਵੀਂ ਗੱਡੀ ਆਈ ਹੈ ਜਾਂ ਕੋਈ ਹੋਰ ਚੰਗਾ ਕਾਰੋਬਾਰ ਤੋਰਿਆ ਹੈ, ਤੇ ਉੱਥੇ ਅਸੀਂ ਉਹਦਾ ਮੂੰਹ ਹੱਸਦਾ ਖੁਸ਼ ਵੇਖ ਕੇ ਨਾ ਅਸੀਂ ਵੀ ਮੂੰਹ ਖੁਸ਼ ਕਰ ਲਿਆ, ਤੇ ਵਧਾਈਆਂ ਵੀ ਉਹਨੂੰ ਦੂਜਿਆਂ ਨਾਲੋਂ 2 ਵਾਰੀ ਵੱਧ ਦਿਆਂਗੇ। ਕਿਸੇ ਨੇ 1 ਵਾਰੀ ਆਖਿਆ ਨਾ ਵਧਾਈ, ਤੇ ਅਸੀਂ 4 ਵਾਰੀ ਆਖਾਂਗੇ, ਜੱਫੀ ਵੀ ਪਾ ਲਵਾਂਗੇ। ਪਰ ਅੰਦਰ ਇੱਕ ਭਾਵਨਾ ਚੱਲ ਰਹੀ ਹੈ ਦਵੈਸ਼ ਕੀ, ਵੀ ਇਹ ਪਤਾ ਨਹੀਂ ਕਿਵੇਂ ਅੱਗੇ ਲੰਘ ਗਿਆ, ਇਹਨੂੰ ਇਹ ਚੀਜ਼ ਪਤਾ ਨਹੀਂ ਕਿਵੇਂ ਮਿਲ ਗਈ, ਇਸ ਦਾ ਨਾਮ ਦਵੈਸ਼ ਹੈ, ਇਹਨੂੰ ਦਵੈਸ਼ ਆਖਿਆ ਜਾਂਦਾ ਹੈ। ਸੋ ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਕਿਰਪਾ ਕਰਦੇ ਨੇ। ਗੁਰ ਪ੍ਰਸਾਦੀ, ਗੁਰੂ ਦੀ ਕਿਰਪਾ ਹੋਵੇ ਨਾ, ਆਪ ਗਵਾਈਏ। ਇਹ ਜਿਹੜੀ ਅਹੰਗ ਬਿਰਤੀ ਹੈ ਨਾ ਸਾਡੇ ਅੰਦਰ, ਆਪਾ ਭਾਵੇ, ਇਹ ਗੁਰੂ ਕਿਰਪਾ ਕਰੇ ਤੇ ਇਹ ਮੈਲ ਜਿਹੜੀ ਹੈ ਇਹ ਲੈ ਜਾਵੇ ਜੀ। ਨਾਨਕ ਨਾਮ ਰਖੋ ਉਰ ਧਾਰ। ਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ, ਇੱਕ ਸਾਧਨ ਦੱਸਦੇ ਨੇ, ਪਰਮਾਤਮਾ ਦਾ ਨਾਮ, ਵਾਹਿਗੁਰੂ ਦਾ ਨਾਮ ਧੰਨ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਦਿੱਤਾ ਹੈ। ਇਹਨੂੰ ਹਿਰਦੇ ਦੇ ਅੰਦਰ ਅਸੀਂ ਵਸਾ ਕੇ ਰੱਖਣਾ ਕਰੀਏ। ਦੇਵਨ ਹਾਰੇ ਕਾ ਜੈਕਾਰ। ਜਿਹੜੇ ਗੁਰੂ ਨੇ ਸਾਨੂੰ ਦਿੱਤਾ ਹੈ ਨਾ ਨਾਮ, ਉਹਦੀ ਅਸੀਂ ਜੈ ਜੈਕਾਰ ਕਰਨੀ ਹੈ। ਵਡਿਆਈ ਧੰਨ ਗੁਰੂ ਨਾਨਕ ਦੇਵ ਜੀ ਦੀ ਕਰਨੀ ਹੈ। ਦਾਤਾਂ ਸਾਨੂੰ ਧੰਨ ਗੁਰੂ ਨਾਨਕ ਦੇਵ ਜੀ ਤੋਂ ਮਿਲੀਆਂ ਨੇ ਸਾਰੀਆਂ।
ਗੁਰਬਾਣੀ ਦੀ ਦਾਤ ਧੰਨ ਗੁਰੂ ਨਾਨਕ ਦੇਵ ਜੀ ਦੀ ਹੈ। ਗੁਰੂ ਨਾਨਕ ਦੇਵ ਜੀ ਸਾਨੂੰ ਗਿਆਨ ਦੀ ਦਾਤ ਦੇ ਰਹੇ ਨੇ। ਇਸ ਕਰਕੇ ਜੈ ਜੈਕਾਰ ਜਿਹੜੀ ਇਹ ਧੰਨ ਗੁਰੂ ਨਾਨਕ ਦੇਵ ਜੀ ਦੀ ਕਰਨੀ ਹੈ। ਵਰਤਮਾਨ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਇਹ ਸੇਵਾ ਨਿਭਾ ਰਹੇ ਨੇ। ਧੰਨ ਗੁਰੂ ਦਸਵੇਂ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਸੰਗਤ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਹੈ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰ ਰਹੇ ਨੇ, ਸਾਨੂੰ ਬਾਣੀ ਦੇ ਨਾਲ ਪ੍ਰਭੂ ਪਰਮਾਤਮਾ ਦੇ ਨਾਮ ਦੇ ਨਾਲ ਜੋੜ ਰਹੇ ਨੇ। ਆਓ ਸੱਚੇ ਸਤਿਗੁਰ ਦੇ ਅੱਗੇ ਅਰਦਾਸ ਕਰੀਏ ਕਿ ਹੇ ਸੱਚੇ ਸਤਿਗੁਰ ਜੀ, ਮਾਰਗ ਬੜਾ ਵਿਖੜਾ ਹੈ, ਮਾਰਗ ਬੜਾ ਔਖਾ ਹੈ। ਇੱਕ ਬੁਰਕੀ ਵੀ ਮੂੰਹ ਦੇ ਵਿੱਚ ਪਾਈ ਹੈ ਨਾ ਜਿਹੜੀ, ਉਹ ਵੀ ਪਤਾ ਨਹੀਂ ਕੀ ਦਾ ਕੀ ਕਰ ਦਵੇ ਤੇ ਸਾਨੂੰ ਕਿਸ ਪ੍ਰਕਾਰ ਦਾ ਕਰਮ ਹੈ ਜਿਹੜਾ ਉਹਦੇ ਨਾਲ ਭੋਗਣਾ ਪੈ ਜਾਵੇ। ਪਤਾ ਨਹੀਂ ਕਿੱਥੋਂ ਆਈ ਹੈ ਤੇ ਕਿੰਨੇ ਲਿਆ ਕੇ ਦਿੱਤੀ ਹੈ ਤੇ ਕਿਸ ਭਾਵਨਾ ਦੇ ਨਾਲ ਦਿੱਤੀ ਹੈ, ਇਹ ਨਹੀਂ ਸਾਨੂੰ ਸੋਝੀ, ਇਹ ਨਹੀਂ ਸਾਨੂੰ ਪਤਾ। ਜੇ ਗੁਰੂ ਬਖਸ਼ੇ ਤੇ ਫਿਰ ਗੁਰੂ ਬਖਸ਼ ਲੈਂਦਾ ਹੈ। ਇਸ ਵਾਸਤੇ ਆਓ ਸੱਚੇ ਸਤਿਗੁਰ ਦੇ ਅੱਗੇ ਅਰਦਾਸਾਂ ਕਰੀਏ, ਗੁਰੂ ਦੀ ਜੈ ਜੈਕਾਰ ਕਰੀਏ। ਦੇਹੋ ਸੱਜਣ ਆਸੀਸੜੀਆ, ਜੋ ਹੋਵੇ ਸਹਿਬ ਸਿਉ ਮੇਲ। ਜੋ ਦੇਵੈ ਤਿਸ ਕੋ